ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹਨ। ਆਓ ਇਤਿਹਾਸ ਦੀ ਕਥਾ ਦਾ ਸਮਾਂ ਹੈ। ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਜੋ ਕਿ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਸੋਹਣੀ ਸੁੰਦਰ ਛੰਦਾਬੰਦੀ ਅੰਦਰ ਲਿਖਿਆ ਹੈ। ਇਸ ਮਹਾਨ ਇਤਿਹਾਸਕ ਗ੍ਰੰਥ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ ਸਰਵਣ ਕਰ ਰਹੇ ਹਾਂ। ਗੁਰਸਿੱਖਾਂ ਦੀ ਸੇਵਾ ਕਰਨ ਵਾਲਿਆਂ ਦੇ ਪ੍ਰਸੰਗ ਲੜੀ ਤਹਿਤ ਕੱਲ ਆਪ ਜੀ ਨੇ ਭਾਈ ਬਹੋੜਾ ਜੀ ਦਾ ਪ੍ਰਸੰਗ ਸਰਵਣ ਕੀਤਾ। ਸੁਨਿਆਰ ਜਾਤੀ ਵਿੱਚ ਪੈਦਾ ਹੋ ਕੇ ਗੁਰੂ ਮਹਾਰਾਜ ਦੇ ਦਰ ਕਰਦੇ ਗੁਰਸਿੱਖ ਬਣੇ। ਫਿਰ ਭਾਈ ਬਹਿਲੋ ਜੀ ਜਿਨ੍ਹਾਂ ਭਾਈ ਮੰਝ ਜੀ ਦੇ ਨਾਲ ਮੇਲ ਜੋਲ ਸੀ, ਗੁਰੂ ਦੀ ਮਹਿਮਾ ਸਰਵਣ ਕਰਕੇ ਫਫੜੇ ਭਾਈ ਕੇ ਜੱਟ ਜ਼ਿਮੀਂਦਾਰ ਪਰਿਵਾਰ ਵਿੱਚ ਪੈਦਾ ਹੋਏ ਭਾਈ ਬਹਿਲੋ ਆਪਣੇ ਇਲਾਕੇ ਦੇ ਸਰਵਰੀਆਂ ਦੇ ਚੌਧਰੀ। ਬਹੁਤ ਧਨ ਤੇ ਪਦਾਰਥ ਹੈ। ਉਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬ੍ਰਹਮ ਦੀ ਪ੍ਰਾਪਤੀ ਵਾਸਤੇ, ਆਤਮਿਕ ਸ਼ਾਂਤੀ ਔਰ ਆਨੰਦ ਵਾਸਤੇ ਪਹੁੰਚੇ ਹੈ। ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਮੈਨੂੰ ਵੀ ਸੇਵਾ ਦੱਸੋ। ਤਾਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਵਿੱਚ ਲਾਇਆ। ਨਾਲ ਇਹ ਵੀ ਮਹਾਰਾਜ ਨੇ ਬਚਨ ਕੀਤਾ, ਜਿੱਥੇ ਸਰੋਵਰ ਦੀ ਪਰਿਕਰਮਾ ਪੌੜੀਆਂ ਉਹਦੇ ਵਾਸਤੇ ਪੱਠਿਆਂ ਚਿੱਟਾਂ ਤਿਆਰ ਆਵਿਆਂ 'ਚ ਹੋ ਰਹੀਆਂ ਨੇ ਜਗ੍ਹਾ ਜਗ੍ਹਾ। ਭਾਈ ਬਹਿਲੋ ਉਹਦੇ ਵਿੱਚ ਤੂੰ ਈਂਧਨ ਪਾਇਆ ਕਰ, ਭਾਵ ਉਹ ਚੀਜ਼ ਪਾ ਜਿਹਦੇ ਨਾਲ ਇੱਟਾਂ ਪੱਕ ਕੇ ਪਕਾਵਾ ਚੰਗਾ ਹੋਣਾ। ਅੱਗ ਜਿਹੜੀ ਹੈ ਤਾ ਉਹਦੇ ਵਾਸਤੇ ਬਾਲਣ, ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਵੀ ਹੁੰਦਾ ਸੀ
ਪਸ਼ੂਆਂ ਦਾ ਗੋਹਾ, ਹੋਰ ਜਿਹੜੀ ਕੋਈ ਇਸ ਤਰ੍ਹਾਂ ਦੀ ਮਲਗਾ ਹੁੰਦੀ ਸੀ, ਉਹ ਪਾਉਣ ਦੇ ਨਾਲ ਬਹੁਤਾ ਚੰਗਾ ਜਿਹੜਾ ਸੀ ਇੱਟਾਂ ਪੱਕਦੀਆਂ ਨੇ। ਤਾਂ ਹੁਣ ਇਹ ਜੋ ਵੀ ਚੀਜ਼ ਆਵੇ ਵਿੱਚ ਪੈਂਦੀ ਹੈ ਈਂਧਨ ਦੇ ਰੂਪ ਵਿੱਚ, ਭਾਵ ਮੱਚਣ ਵਾਲੀ ਉਹ ਵਸਤੂ ਜੋ ਵੀ ਹੈ, ਉਹ ਚੱਕ ਕੇ ਇੱਧਰੋਂ ਉੱਧਰੋਂ ਆਵੇ ਵਿੱਚ ਲਿਆਉਂਦਾ ਹੈ। ਫਿਰ ਗੁਰਮੁਖੋ ਚਿੱਕੜ ਵਾਲੀ ਮਿੱਟੀ ਤਿਆਰ ਹੋ ਕੇ ਉਹ ਲਿਆ ਕੇ ਰੱਖਦਾ, ਜਿਹਦੇ ਨਾਲ ਇੱਟਾਂ ਤਿਆਰ ਹੋਣੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਭਾਈ ਬਹਿਲੋ ਸੇਵਾ ਕਰਨ ਲੱਗਿਆ। ਸੁਸਕ ਹੋਏ ਤਬ ਲੇਹ ਉਠਾਏ, ਜਦੋਂ ਇੱਟ ਸੁੱਕ ਜਾਂਦੀ ਹੈ ਕੱਚੀ, ਫਿਰ ਚੁੱਕਦਾ ਹੈ। ਆਵੇ ਬਿਖੈ ਧਰਹਿ ਸਮੁਦਾਇ, ਉਹ ਸਾਰੀਆਂ ਲਿਆ ਕੇ ਆਵੇ ਵਿੱਚ ਧਰਦਾ ਹੈ। ਜਿਵੇਂ ਨੀਕੇ ਪੱਕੈ ਗਨ ਆਵੈ, ਜਿਸ ਤਰ੍ਹਾਂ ਚੰਗੀਆਂ ਪੱਕ ਜਾਣ ਬਹੁਤੀਆਂ, ਤਿਮ ਈਂਧਨ ਵਿਦ ਸੋ ਦੇਹੋ ਪਾਵੈ, ਉਸ ਤਰ੍ਹਾਂ ਦਾ ਈਂਧਨ ਪਾਉਂਦਾ ਹੈ। ਜਲਨਸ਼ੀਲ ਉਹ ਚੀਜ਼ ਕੋਈ ਬਾਲਣ ਰੂਪ ਦੇ ਵਿੱਚ ਉਸ ਤਰ੍ਹਾਂ ਦਾ ਲਿਆ ਕਰਕੇ ਪਾਉਂਦਾ ਹੈ। ਇਹ ਗੁਰੂ ਸਾਹਿਬ ਜੀ ਨੇ ਇਸ ਨੂੰ ਬਚਨ ਕੀਤੇ ਵੀ ਭਾਈ ਆਹ ਸੇਵਾ ਤੂੰ ਕਰਿਆ ਕਰ। ਆਓ ਅੱਗੇ ਇਤਿਹਾਸ ਪ੍ਰੇਮ ਔਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਿਮ ਸੁਨ ਕੈ ਬਹਿਲੋ ਹਰ ਖਾਇਓ। ਜਦੋਂ ਮਹਾਰਾਜ ਨੇ ਇਸ ਤਰ੍ਹਾਂ ਸੇਵਾ ਕਰਨ ਨੂੰ ਕਿਹਾ, ਇਹ ਸੁਣ ਕਰਕੇ ਭਾਈ ਬਹਿਲੋ ਖੁਸ਼ ਹੋਇਆ। ਘਰ ਬੰਧਨ ਸਿੱਖਨ ਮਹਿ ਆਇਓ, ਤੇ ਬੰਦਨਾ ਕਰਕੇ ਨਮਸਕਾਰ ਕਰਕੇ ਗੁਰਸਿੱਖਾਂ ਵਿੱਚ ਆ ਗਿਆ ਹੈ। ਘਰ ਬੇ ਲੱਗਿਓ ਟਹਿਲ ਤਿਨ ਸੰਗਾ, ਗੁਰਸਿੱਖਾਂ ਨਾਲ ਮਿਲ ਕੇ ਸੇਵਾ ਕਰਨ ਲੱਗ ਪਿਆ। ਸਕਲ ਦਿਵਸ ਜੇਤੋ ਬਲ ਅੰਗਾ, ਸਾਰਾ ਦਿਨ ਜਿੰਨਾ ਵੀ ਸਰੀਰ ਦਾ ਬਲ ਹੈ ਉਹ ਲਾਉਂਦਾ ਹੈ। ਨਿਸਾ ਭਏ ਜਬ ਫਿਰਹਿ ਅੰਧੇਰੇ, ਜਦੋਂ ਰਾਤ ਹੋ ਜਾਂਦੀ ਹੈ ਫਿਰ ਇਹ ਅੰਧੇਰੇ ਵਿੱਚ ਫਿਰਦਾ ਹੈ। ਜਾਚ ਲੇਤ ਸਿੱਖਨ ਕੇ ਡੇਰੇ, ਤਾਂ ਇਹ ਗੁਰਮੁਖੋ ਸਿੱਖਾਂ ਦੇ ਜਿਹੜਾ ਡੇਰਾ ਹੈ ਉੱਥੋਂ ਹੀ ਮੰਗ ਕਰਕੇ ਅਲਪ ਆਹਾਰ ਤਬੈ ਕਰ ਰਹਿ, ਥੋੜਾ ਜਿਹੜਾ ਭੋਜਨ ਹੈ ਉਹ ਛਕਦਾ ਹੈ। ਗੁਰ ਪਗ ਪ੍ਰੇਮ ਰਹਿਨ ਦਿਨ ਲਹੈ, ਗੁਰੂ ਸਾਹਿਬ ਦੇ ਚਰਨਾਂ ਦੇ ਪ੍ਰੇਮ ਵਿੱਚ ਹੀ ਸਾਰਾ ਦਿਨ ਰਹਿੰਦਾ ਹੈ। ਦਿਵਸ ਬਿਖੈ ਨਿਤ ਸੇਵ ਕਮਾਵੇ, ਦਿਨ ਦੇ ਸਮੇਂ ਹਰ ਰੋਜ਼ ਸੇਵਾ ਕਰਦਾ ਹੈ। ਸਿਮਰਨ ਕਰਤੇ ਨਿਸਾ ਬਤਾਵੇ, ਰਾਤ ਨੂੰ ਸਿਮਰਨ ਕਰਦਿਆਂ ਰਾਤ ਬਤੀਤ ਕਰਦਾ। ਬੂਝੈ ਲੋਕ ਈਂਟ ਕਾ ਆਵੇ, ਫਿਰ ਲੋਕਾਂ ਨੂੰ ਵੀ ਪੁੱਛਦਾ ਵੀ ਜਿਹੜੀਆਂ ਆਵੇ ਦੀਆਂ ਇੱਟਾਂ ਹਨ, ਕਿਸ ਤੇ ਹੋਏ ਨੀਕੀ ਪੱਕ ਜਾਵੇ। ਇਹ ਦੱਸੋ ਵੀ ਚੰਗੀਆਂ ਕਿਸ ਤਰੀਕੇ ਨਾਲੇ ਪੱਕਣ, ਬਹੁਤੀਆਂ ਪਕਿਆਈ ਕਿਵੇਂ ਹੋਵੇ। ਤਬ ਹੈ ਕਿਸੂ ਨੇ ਕਹੇ ਉਹ ਸੁਨਾਏ, ਤਦ ਕਿਸੇ ਨੇ ਇਹਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ। ਕੂੜਾ ਜੇ ਕਰ ਇਨ ਮਹਿ ਪਾਏ, ਜੇ ਇਹਦੇ ਵਿੱਚ ਕੂੜਾ ਪਾਇਆ ਜਾਵੇ। ਕੁਝ ਇਤਿਹਾਸ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਹਦੇ ਵਿੱਚ ਅਗਰ ਜਿਹੜਾ ਮਲ ਗੰਦਾ ਹੈ ਉਹ ਪਾਇਆ ਜਾਵੇ ਨਾ, ਸੁੱਕਾ ਹੋਏ ਤੋਂ, ਜਿਵੇਂ ਪਸ਼ੂਆਂ ਦਾ ਗੋਹਾ ਹੈ, ਹੋਰ ਇਹ ਚੀਜ਼ ਵੀ ਪਾਈ ਜਾਵੇ, ਤਉ ਆਛੀ ਪਾਕੈ ਹੋਏ ਲਾਲ, ਤਾਂ ਉਹਦਾ ਜਿਹੜਾ ਸੇਕ ਉਸ ਤਰ੍ਹਾਂ ਦਾ ਪੈਂਦਾ ਵੀ ਜਿਹਦੇ ਨਾਲ ਇੱਟਾਂ ਪੱਕ ਕੇ ਬਹੁਤੀਆਂ ਲਾਲ ਹੋ ਜਾਂਦੀਆਂ ਨੇ। ਘਸਹਿ ਨ ਫੂਟੈ ਸੋ ਬਹੁ ਕਾਲ, ਤੇ ਬਹੁਤਾ ਸਮਾਂ ਉਹ ਘਸਦੀਆਂ ਨਹੀਂ, ਟੁੱਟਦੀਆਂ ਨਹੀਂ ਹਨ। ਇਮ ਸੁਨ ਲਈ ਫਾਹੁਰੀ ਹਾਥ, ਇਸ ਤਰ੍ਹਾਂ ਇਹਨੇ ਸੁਣ ਕੇ ਫਿਰ ਫੌੜੀ ਲੈ ਲਈ ਹੱਥ ਵਿੱਚ। ਭਰ ਕੂੜਾ ਮਲ ਤਿਸ ਕੇ ਸਾਥ, ਉਹ ਕੂੜਾ ਤੇ ਮਲ ਜਿਹੜਾ ਹੈ ਇਕੱਠਾ ਕਰਕੇ ਉਹ ਫੌੜੀ ਦੇ ਨਾਲ ਭਰ ਕੇ
ਈਟਨ ਕੇ ਚੌਫੇਰੇ ਪਾਏ। ਇੱਟਾਂ ਦੇ ਚਾਰੇ ਪਾਸੇ ਪਾਉਂਦਾ ਹੈ। ਜਿਤ ਕਿਤ ਤੇ ਬਹੁ ਕੂੜਾ ਲਿਆਏ। ਜਿੱਥੋਂ ਕਿੱਥੋਂ ਵੀ ਬਹੁਤ ਕੂੜਾ ਇਕੱਠਾ ਕਰਕੇ ਲਿਆਉਂਦਾ ਹੈ। ਵਿਦ ਸੋ ਕਰੈ ਪ੍ਰੇਮ ਉਪਜਾਵੇ। ਤੇ ਬਹੁਤ ਤਰੀਕੇ ਨਾਲ ਭਾਈ ਇਹ ਸੇਵਾ ਕਰਦਾ ਹੈ ਤੇ ਬਹੁਤ ਅੰਦਰੋਂ ਪ੍ਰੇਮ ਪੈਦਾ ਹੁੰਦਾ ਹੈ। ਗਨ ਈਟਨ ਕੇ ਲਾਏ ਪਜਾਵੇ। ਇਹਨੇ ਕਈ ਜਿਹੜੇ ਇਸ ਤਰ੍ਹਾਂ ਦੇ ਛੋਟੇ ਛੋਟੇ ਪਜਾਵੇ ਆਵੇ ਜਿਹੜੇ ਐ ਇੱਟਾਂ ਦੇ ਲਾ ਦਿੱਤੇ। ਪਾਕੀ ਬਹੁ ਸੁੰਦਰ ਭਈ ਲਾਲ। ਤੇ ਉਹ ਇੱਟਾਂ ਬਹੁਤ ਸੋਹਣੀਆਂ ਪੱਕੀਆਂ ਲਾਲ ਇੱਟਾਂ ਬਣ ਗਈਆਂ। ਬਹਿਲੋ ਹਰ ਖਿਓ ਹਿਰਦੈ ਵਿਸਾਲ। ਭਾਈ ਬਹਿਲੋ ਇੱਟਾਂ ਵੇਖ ਕੇ ਬਹੁਤ ਹਿਰਦੇ ਮਨ ਅੰਦਰ ਖੁਸ਼ ਹੋਇਆ ਹੈ। ਸ੍ਰੀ ਅਰਜਨ ਲਖ ਅੰਤਰਜਾਮੀ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਨੇ ਜਾਣ ਕਰਕੇ ਸੇਵਾ ਸਿੱਖਣ ਕੀ ਪਿਖ ਸੁਆਮੀ। ਮਾਲਕ ਜੀ ਗੁਰਸਿੱਖਾਂ ਦੀ ਸੇਵਾ ਵੇਖ ਕਰ ਕੁਛਕ ਈਟ ਕਾ ਨਿਕਟ ਮੰਗਾਈ। ਕੁਝ ਇੱਟਾਂ ਵੱਖ-ਵੱਖ ਥਾਵਾਂ ਤੋਂ ਆਪਣੇ ਕੋਲ ਮੰਗਵਾਈਆਂ। ਮਹਾਰਾਜ ਚੈੱਕ ਕਰਦੇ ਸੀ ਸਹੀ ਇੱਟਾਂ ਨੇ, ਉਹੀ ਇੱਥੇ ਲੱਗਣ, ਚੰਗੀਆਂ ਪਕਾਈ ਕਿਵੇਂ ਹੈ, ਉਹ ਮਹਾਰਾਜ ਮੰਗਵਾਉਂਦੇ ਰਹਿੰਦੇ, ਵੇਖਦੇ ਰਹਿੰਦੇ ਸਨ। ਕੀਨ ਬਿਲੋਕਨ ਨੀਰ ਸੁਪਾਈ। ਮਹਾਰਾਜ ਦੇਖਦੇ ਨੇ ਪਾਣੀ ਪਾ ਪਾ ਕੇ ਉਹਨਾਂ ਇੱਟਾਂ ਤੇ। ਪਰਮ ਪ੍ਰਸਿੱਧੇ ਬਾਕ ਸੁਨਾਇਓ। ਤੇ ਮਹਾਰਾਜ ਨੇ ਬਹੁਤ ਪ੍ਰਸੰਨ ਹੋ ਕੇ ਬਚਨ ਕਹੇ, ਇਹੋ ਆਵਾ ਅਬ ਭਲੇ ਪਕਾਇਓ। ਭਾਈ ਆ ਜਿਹੜਾ ਆਵਾ ਹੈ ਇਹ ਬਹੁਤ ਚੰਗਾ ਪੱਕਿਆ ਹੈ। ਅਤ ਸੇਵਾ ਬਹਿਲੋ ਕੀ ਦੇਖ। ਭਾਈ ਬਹਿਲੋ ਦੀ ਬਹੁਤੀ ਸੇਵਾ ਵੇਖ ਕੇ ਮਹਾਰਾਜ ਨੇ ਪੁੱਛਿਆ, ਕੌਣ ਸਿੱਖ ਸੇਵਾ ਕਰਦਾ ਹੈ? ਕਹਿੰਦੇ ਜੀ ਮਾਲਵੇ ਦਾ ਫਫੜੇ ਭਾਈ ਕਾ ਚੌਧਰੀ ਹੈ, ਭਾਈ ਬਹਿਲੋ, ਉਹ ਸੇਵਾ ਕਰ ਰਿਹਾ ਹੈ। ਕਿਰਪਾ ਦ੍ਰਿਸ਼ਟ ਗੁਰ ਕਰਤ ਵਿਸੇਖ। ਮਹਾਰਾਜ ਨੇ ਭਾਈ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਕੀਤੀ। ਅੰਤਹਿ ਕਰਨ ਭਇਓ ਨਿਰਮਲੀਆ। ਤੇ ਅੰਤਸ਼ ਕਰਨ ਭਾਈ ਬਹਿਲੋ ਦਾ ਪਵਿੱਤਰ ਹੋ ਗਿਆ। ਵਿਖੈ ਬਾਸਨਾਦਕ ਸਭ ਦਲੀਆ। ਦੋ ਵਿਸ਼ੈ ਬਾਸ਼ਨਾ ਇਤਿਆਦਿਕ ਸਾਰੀਆਂ ਮਹਾਰਾਜ ਨੇ ਦਲ ਦਿੱਤੀਆਂ, ਨਾਸ਼ ਕਰ ਦਿੱਤੀਆਂ ਹਨ। ਇਸ ਸੇਵਾ ਮਹਿ ਲੱਗੇ ਉਹ ਕਨੇਰਾ। ਇਉਂ ਸੇਵਾ ਦੇ ਵਿੱਚ ਬਹੁਤ ਸੇਵਾ ਕਰਨ ਭਾਈ ਬਹਿਲੋ ਲੱਗ ਪਿਆ। ਕਰਹਿ ਪਜਾਵਨ ਕਾਜ ਵਡੇਰਾ। ਇਉਂ ਆਵਿਆਂ ਨੂੰ ਪਕਾਉਣ ਦਾ, ਇੱਟਾਂ ਦਾ ਕਾਰਜ ਵੱਡਾ ਇਹ ਸੇਵਾ ਕਰਦਾ ਹੈ। ਸ੍ਰੀ ਸਤਿਗੁਰ ਸਭ ਘਟ ਕੀ ਜਾਣੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੋ ਸਭ ਦੇ ਹਿਰਦੇ ਦੇ ਅੰਦਰ ਦੀ ਜਾਣਨ ਵਾਲੇ ਹਨ। ਸਿੱਖਨ ਕੇ ਦੁੱਖ ਜੋ ਨਿਤ ਹਨ। ਜੋ ਗੁਰਸਿੱਖਾਂ ਦੇ ਭਾਈ ਦੁੱਖਾਂ ਨੂੰ ਰੋਜ਼ ਨਾਸ਼ ਕਰਦੇ ਹਨ। ਇੱਕ ਦਿਨ ਬਹਿਲੋ ਕੋ ਸਦ ਲੀਨ। ਇੱਕ ਦਿਨ ਮਹਾਰਾਜ ਨੇ ਭਾਈ ਬਹਿਲੋ ਨੂੰ ਕੋਲ ਸੱਦਿਆ ਹੈ। ਆਏ ਹਜੂਰ ਬੰਦਨਾ ਕੀਨ। ਭਾਈ ਬਹਿਲੋ ਨੇ ਹਜ਼ੂਰੀ ਵਿੱਚ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਸੋ ਸ੍ਰੀ ਅਰਜਨ ਬੋਲੇ ਸੁਨ ਸਿੱਖਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਇਉਂ ਤੂੰ ਸਿੱਖਿਆ ਸੁਣ। ਅਬ ਨਹਿ ਫੇਰੋ ਘਰੇ ਘਰ ਭਿਖਿਆ। ਹੁਣ ਭਾਈ ਤੂੰ ਆ ਜਿਹੜਾ ਘਰ ਘਰ ਜਾ ਕੇ ਜਿਹੜਾ ਮੰਗ ਕੇ ਛਕਦਾ ਹੈ ਨਾ, ਇਹ ਨਹੀਂ ਫਿਰਨਾ ਹੈ। ਮੰਗ ਮੰਗ ਟੁਕਰੇ ਬਹੁ ਖਾਵਨ। ਤੇ ਜਿਹੜਾ ਮੰਗ ਮੰਗ ਕੇ ਟੁਕੜੇ ਬਹੁਤ ਛਕਦਾ ਹੈ, ਸੋ ਸਭ ਹਮ ਕੋ ਕਰੇ ਖਵਾਵਨ। ਭਾਈ ਬਹਿਲੋ ਤੂੰ ਸਾਡੇ ਨਾਲ ਭੇਦ ਹੋ ਚੁੱਕਿਆ ਹੈ।
ਜੋ ਤੂੰ ਸਾਰੇ ਸਾਨੂੰ ਸਿਖਾਉਂਦਾ ਹੈ। ਵਾਹਿਗੁਰੂ ਕਹਿ ਅਰਪਤ ਹਮੈ, ਤੇ ਵਾਹਿਗੁਰੂ ਕਹਿ ਕੇ ਤੂੰ ਸਾਨੂੰ ਅਰਪਣ ਕਰਦਾ ਹੈ। ਟੋਕਰੇ ਦੇਤ ਜੋ ਖੈਬੇ ਸਮੈ, ਜਿਹੜਾ ਤੂੰ ਖਾਣ ਦੇ ਸਮੇਂ ਟੁਕੜੇ ਦਿੰਦਾ ਹੈ। ਹਮ ਕੋ ਪ੍ਰਾਪਤ ਹੋਵੈ ਆਏ, ਉਹ ਭਾਈ ਬਹਿਲੋ ਸਾਨੂੰ ਪ੍ਰਾਪਤ ਹੁੰਦੇ ਹਨ ਆ ਕਰਕੇ। ਲੈ ਗੁਰ ਨਾਮ ਅਰਪ ਜੋ ਖਾਏ, ਜਿਹੜਾ ਗੁਰੂ ਦਾ ਨਾਮ ਲੈ ਕੇ ਗੁਰੂ ਨੂੰ ਅਰਪਣ ਕਰਕੇ ਛਕਦਾ ਹੈ। ਆਧੋ ਭੋਜਨ ਆਪ ਅਚੈ ਹੈ, ਤੇ ਅੱਧਾ ਭੋਜਨ ਤੂੰ ਆਪ ਛਕਦਾ ਹੈ। ਅਰਧ ਗੁਰੂ ਹਿਤ ਤੂੰ ਅਰਪੈ ਹੈ, ਅੱਧਾ ਗੁਰੂ ਦੇ ਨਿਮਿਤ ਤੂੰ ਅਰਪਣ ਕਰ ਦਿੰਦਾ। ਤਜੋ ਸੋ ਅਚ ਬੋ ਦੇਗ ਆਹਾਰਾ, ਇਹ ਮੰਗ ਕੇ ਨਾ ਹੁਣ ਛਕੀ, ਤੂੰ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਕਰ। ਕਰੋ ਪ੍ਰੇਮ ਸੋ ਤੀਰਥ ਕਾਰਾ, ਭਾਈ ਬਹਿਲੋ ਤੀਰਥ ਦੀ ਕਾਰ ਸੇਵਾ ਪ੍ਰੇਮ ਨਾਲ ਕਰ। ਸੁਣ ਬਹਿਲੋ ਮਾਨੀ ਗੁਰਬਾਣੀ, ਇਹ ਸੁਣ ਕੇ ਭਾਈ ਮਹਿਲੋ ਨੇ ਗੁਰੂ ਕੇ ਬਚਨਾਂ ਨੂੰ ਮੰਨਿਆ ਹੈ। ਕਰਨ ਲੱਗਿਓ ਤਿਮ ਜਥਾ ਬਖਾਨੀ, ਜਿਵੇਂ ਸਤਿਗੁਰੂ ਜੀ ਨੇ ਕਿਹਾ ਉਸੇ ਤਰ੍ਹਾਂ ਸੇਵਾ ਕਰਨ ਲੱਗਿਆ। ਕਬਹਿ ਪਚਾਵਨ ਕਬ ਸਰਕਾਰ, ਕਦੇ ਆਵਿਆਂ ਦੀ ਕਦੇ ਸਰੋਵਰ ਦੀ ਸੇਵਾ ਕਰਦਾ। ਰੈਨ ਦਿਵਸ ਤਤ ਪਰ ਗੁਰ ਕਾਰ, ਰਾਤ ਦਿਨ ਗੁਰੂ ਕੀ ਕਾਰ ਸੇਵਾ ਵਿੱਚ ਤਤਪਰ ਰਹਿੰਦਾ ਹੈ। ਦੋਹਰਾ ਨਗਰ ਬਠਿੰਡੇ ਮਹਿ ਬਸੈ, ਇੱਕ ਦਿਜ ਗੰਗਾ ਰਾਮ। ਇਹ ਭਾਈ ਬਹਿਲੋ ਦੀ ਸੇਵਾ ਦੇਖ ਕੇ ਇਤਿਹਾਸ ਵਿੱਚ ਇਹ ਬਚਨ ਆਉਂਦੇ। ਮਹਾਰਾਜ ਨੇ ਗਲ ਲਾ ਕੇ ਬਚਨ ਕਹੇ ਸੀ, ਭਾਈ ਬਹਿਲੋ ਸਭ ਤੋਂ ਪਹਿਲੋ। ਬਹੁਤ ਬਖਸ਼ਿਸ਼ਾਂ ਕੀਤੀਆਂ, ਬੜੀ ਅੰਸ ਬੰਸ ਵਧੀ, ਤੇ ਬਹੁਤ ਮੰਨਤਾ ਪੂਜਾ ਹੈ। ਜਿਹੜਾ ਭਾਈ ਭਗਤਾ ਇਲਾਕਾ ਹੈ, ਉੱਥੇ ਭਾਈ ਬਹਿਲੋ ਦੀ ਇਸ ਇਲਾਕੇ ਵਿੱਚ ਬਹੁਤ ਮੰਨਤਾ ਹੈ। ਇਹ ਗੁਰੂ ਕਿਆਂ ਦੀਆਂ ਬਖਸ਼ਿਸ਼ਾਂ ਹਨ, ਬਖਸ਼ਿਸ਼ਾਂ ਨੇ। ਹੁਣ ਅੱਗੇ ਇਤਿਹਾਸ ਦੱਸਦੇ ਹੈ ਕਿ ਇੱਕ ਜਿਹੜਾ ਬ੍ਰਾਹਮਣ ਹੈ, ਉਹਦਾ ਨਾਂ ਹੈ ਗੰਗਾ ਰਾਮ, ਬਠਿੰਡੇ ਦਾ ਰਹਿਣ ਵਾਲਾ ਹੈ, ਜਾਤੀ ਬ੍ਰਾਹਮਣ, ਤੇ ਇਹ ਵਪਾਰ ਦਾ ਕੰਮ ਕਰਦਾ ਹੁੰਦਾ ਸੀ। ਬਹੁਤ ਅਨਾਜ ਜਿਵੇਂ ਖਰੀਦ ਕੇ, ਜਿਵੇਂ ਵਪਾਰੀ ਹੁੰਦੇ ਆ, ਅੱਗੇੋਂ ਪਿੰਡਾਂ ਚੋਂ ਜ਼ਿਮੀਂਦਾਰਾਂ ਤੋਂ ਅਨਾਜ ਖਰੀਦ ਕੇ ਅੱਗੇ ਜਾ ਕੇ ਵੱਡੀਆਂ ਵਪਾਰਕ ਮੰਡੀਆਂ ਵਿੱਚ ਵੇਚਣਾ, ਤੇ ਲਾਹੌਰ ਲੈ ਕੇ ਜਾਂਦਾ ਹੁੰਦਾ ਸੀ। ਕਦੇ ਇਹਨੂੰ ਪਤਾ ਲੱਗਿਆ ਕਿ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਵੱਡੀ ਮੰਡੀ ਬਣ ਗਈ ਹੈ, ਬਹੁਤ ਦੁਕਾਨਾਂ ਨੇ, ਤੇ ਇਸ ਕਰਕੇ ਬਾਜ਼ਾਰ ਬਣ ਗਏ ਆ। ਇਹ ਫਿਰ ਲੈ ਕੇ ਆਇਆ ਸੀ ਬਾਜਰਾ ਵਗੈਰਾ, ਇੱਥੇ ਹੋਰ ਜਿਹੜਾ ਅਨਾਜ ਕੁਝ ਜਵਾਰ ਬਾਜਰਾ ਜੋ ਜੋ ਇਕੱਠਾ ਕੀਤਾ, ਜਿਵੇਂ ਉਹਨਾਂ ਸਮਿਆਂ ਦੇ ਵਿੱਚ ਇੱਧਰ ਇਹੋ ਕੁਝ ਹੁੰਦਾ, ਛੋਲੇ, ਇਹ ਸਾਰੇ ਵੇਚਣ ਦੇ ਵਾਸਤੇ ਆਇਆ ਸੀ। ਉਹ ਕਥਾ ਦੱਸਦੇ ਹਨ ਕਿ ਨਗਰ ਬਠਿੰਡੇ ਮਹਿ ਬਸੈ ਇੱਕ ਦਿਜ ਗੰਗਾ ਰਾਮ, ਭਾਈ ਬਠਿੰਡੇ ਨਗਰ ਸ਼ਹਿਰ ਵਿੱਚ ਇੱਕ ਬ੍ਰਾਹਮਣ ਜਿਹਦਾ ਨਾਮ ਗੰਗਾ ਰਾਮ ਹੈ, ਉਹ ਵਸਦਾ ਹੈ। ਲਾਦ ਅੰਨ ਬਹੁ ਬਾਜਰਾ, ਆਏ ਬਨੰਜ ਕੇ ਕਾਮ। ਇਹਨੇ ਗੱਡਿਆਂ ਦੇ ਉੱਤੇ ਬਹੁਤ ਅਨਾਜ ਬਾਜਰਾ ਇਤਿਆਦਿਕ ਲੱਦਿਆ। ਵਣਜ ਵਪਾਰ ਦੇ ਕਾਰਜ ਲਈ ਅੰਮ੍ਰਿਤਸਰ ਸਾਹਿਬ ਵੱਲ ਚੱਲਿਆ ਹੈ। ਚੌਪਈ ਚੱਲਿਓ ਚੱਲਿਓ ਸਤ ਦਰਵ ਉਲਘਾਇਓ, ਚਲਦੇ ਚਲਦਾ ਸਤਲੁਜ ਦਰਿਆ ਲੰਘਿਆ। ਭਾਰ ਬਿਪਾਸਾ ਤੇ ਉਤਰਾਇਓ, ਫਿਰ ਬਿਆਸਾ ਦਰਿਆ ਵੀ ਪਾਰ ਹੋ ਗਿਆ। ਮਾਝੇ ਮਹਿ ਬੂਝਿਓ ਤਬ ਜਾਏ, ਤੇ ਮਾਝੇ ਵਿੱਚ ਜਾ ਕੇ ਫਿਰ ਪੁੱਛਿਆ ਹੈ ਉੱਥੇ, ਅੰਨ ਬਾਜਰਾ ਕਹਾਂ ਬਿਕਾਏ, ਕਿ ਇਧਰ ਅਨਾਜ ਬਾਜਰਾ ਕਿੱਥੇ ਵਿਕੇਗਾ। ਜਿਸ ਥਲ ਛਿਪਰ ਲੇਹ ਕੋ ਮੋਲ,
ਜਿੱਥੇ ਭਾਈ ਛੇਤੀ ਕੋਈ ਮੇਰਾ ਇਹ ਮੁੱਲ ਲੈ ਲਵੇ, ਉਹ ਮੈਨੂੰ ਕੋਈ ਇਲਾਕਾ ਦੱਸੋ। ਦੇ ਕਰ ਹਟੋ ਸਕਲ ਹੀ ਤੋਲ, ਇਉਂ ਪੁੱਛਦਾ ਵੀ ਮੈਂ ਸਾਰਾ ਤੋਲ ਕੇ ਹੀ ਵਾਪਸ ਮੁੜਾਂ। ਤਬ ਲੋਕਨ ਤਹਿ ਕਹੇ ਉਹ ਸੁਨਾਏ, ਤਾਂ ਲੋਕਾਂ ਨੇ ਇਹਨੂੰ ਇਸ ਤਰ੍ਹਾਂ ਦੱਸਿਆ। ਸ੍ਰੀ ਗੁਰ ਅਰਜਨ ਤਾਲ ਲਵਾਏ, ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਬਣਵਾ ਰਹੇ ਐ। ਬਹੁਤ ਸੇਵਾਵਾਂ ਚੱਲਦੀਆਂ, ਘਰ ਪੈਂਦੇ, ਦੁਕਾਨਾਂ ਪੈਂਦੀਆਂ, ਬਹੁਤ ਵੱਡਾ ਨਗਰ ਬਣਦਾ, ਬੜੀ ਸੰਗਤ ਆਉਂਦੀ ਹੈ, ਬਹੁਤ ਇਕੱਠ ਹਜ਼ਾਰਾਂ ਦਾ ਹੁੰਦਾ ਰੋਜ਼। ਰਹਿ ਅੰਨ ਕੋ ਖਰਚ ਕਨੇਰੋ, ਇਸ ਕਰਕੇ ਉੱਥੇ ਅਨਾਜ ਦਾ ਖਰਚਾ ਬਹੁਤ ਹੁੰਦਾ ਹੈ। ਸਿੱਖ ਸੰਗਤ ਕੋ ਬ੍ਰਿੰਦ ਬਡੇਰੋ, ਸਿੱਖ ਸੰਗਤਾਂ ਆਉਂਦੀਆਂ ਨੇ, ਬਹੁਤ ਜ਼ਿਆਦੇ ਅਨਾਜ ਲੱਗਦਾ ਹੈ। ਆਨਕ ਮਜ਼ਦੂਰ ਕਾਰ ਕੋ ਕਰੈ, ਅਨੇਕਾਂ ਮਜ਼ਦੂਰ ਵੀ ਆ ਕੇ ਉੱਥੇ ਕੰਮ ਕਰਦੇ ਨੇ। ਨਿਸ ਬਾਸਰ ਤਿਸ ਹੀ ਥਲ ਥਿਰੈ, ਤੇ ਰਾਤ ਦਿਨ ਉਸੇ ਜਗ੍ਹਾ ਤੇ ਰਹਿੰਦੇ ਹਨ। ਤਾਹਾਂ ਪਹੁੰਚੇ ਗੋਜ ਸਬਾਰ, ਐ ਵਪਾਰੀ ਗੰਗਾ ਰਾਮ ਬ੍ਰਾਹਮਣ, ਤੂੰ ਗੱਡੇ ਲੈ ਕੇ ਜਦੋਂ ਜਿਸ ਸਮੇਂ ਉੱਥੇ ਪਹੁੰਚੇਗਾ, ਹੋਏ ਹੈ ਸਕਲ ਸਿੱਧ ਵਿਵਹਾਰ, ਤਾਂ ਤੇਰਾ ਸਾਰਾ ਵਿਵਹਾਰ ਉੱਥੇ ਸਿੱਧ ਹੋ ਜੂ, ਸਫਲ ਹੋ ਜਾਏਗਾ। ਸੁਨ ਲੋਗਨ ਤੇ ਚੌਪ ਵਿਸਾਲਾ, ਤਾਂ ਲੋਕਾਂ ਤੋਂ ਸੁਣ ਕੇ ਬਹੁਤ ਖੁਸ਼ ਹੋਇਆ। ਗੁਰਪੁਰ ਮਹਿ ਪਹੁੰਚੋ ਤਤਕਾਲਾ, ਤੇ ਤੁਰੰਤ ਗੁਰਪੁਰੀ ਵਿੱਚ ਪਹੁੰਚ ਗਿਆ ਹੈ। ਹੋਤ ਤਾਲ ਕੀ ਕਾਰ ਵਿਸਾਲਾ, ਇੱਥੇ ਸ੍ਰੀ ਸਰੋਵਰ ਦੀ ਵੱਡੀ ਕਾਰ ਸੇਵਾ ਹੋ ਰਹੀ ਸੀ। ਕਰੈ ਸੇਬ ਸਭ ਦਿਸ ਨਰ ਜਾਲਾ, ਸਾਰੇ ਜਿਹੜੇ ਭਾਈ ਮਨੁੱਖ ਮਾਈ ਭਾਈ ਹੈ, ਸਾਰੇ ਪਾਸੇ ਸੇਵਾ ਕਰਦੇ ਨੇ। ਸਿੱਖਨ ਕੋ ਪਿਖ ਦਿਜ ਬਿਸਮਾਇਓ, ਤੇ ਸਿੱਖਾਂ ਨੂੰ ਵੇਖ ਕੇ ਬ੍ਰਾਹਮਣ ਗੰਗਾ ਰਾਮ ਬਿਸਮਾਦ ਹੈਰਾਨੀ ਵਿੱਚ ਹੋਇਆ। ਘਾਲ ਵੱਡੀ ਘਾਲਨ ਚਿਤ ਲਾਇਓ, ਤੇ ਵੱਡੀ ਘਾਲਣ ਦੇ ਵਿੱਚ ਚਿਤ ਲਾਇਆ। ਇਹ ਆਇਆ ਸੀ ਵਪਾਰ ਵਾਸਤੇ, ਤੇ ਇਹੋ ਜੀ ਖੇਡ ਮਹਾਰਾਜ ਨੇ ਰਚੀ। ਗੁਰਮੁਖੋ ਕੁਦਰਤੀ ਉਹ ਸਮਾਂ ਐਸਾ ਵਾਰਸਾਂ ਦਾ ਟਾਈਮ ਜਿਹਾ ਆ ਗਿਆ, ਤੇ ਮੀਂਹ ਮੂੰਹ ਪੈ ਗਏ ਕਿਤੇ। ਉਸ ਸਮੇਂ ਲੰਗਰ ਦੇ ਵਿੱਚ ਅਨਾਜ ਦੀ ਜ਼ਰੂਰਤ ਸੀ, ਤੇ ਇੱਧਰ ਅਜੇ ਦਸਵੰਧ ਜਿਹੜਾ ਸੀ ਉਹ ਨਹੀਂ ਪਹੁੰਚਿਆ ਸੀ। ਇਉਂ ਇਤਿਹਾਸ ਵਿੱਚ ਲਿਖਿਆ ਵੀ ਮਹਾਰਾਜ ਨੂੰ ਦੱਸਿਆ, ਮਹਾਰਾਜ ਵਪਾਰੀ ਇੱਥੇ ਆਇਆ ਹੈ ਅਨਾਜ ਵੇਚਣ ਦੇ ਵਾਸਤੇ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹਨੂੰ ਸੱਦ ਕੇ ਕਿਹਾ, ਇਹਨੇ ਜਦੋਂ ਆ ਕੇ ਉੱਥੇ ਵੀ ਮੈਂ ਅਨਾਜ ਵੇਚਣਾ ਚਾਹੁੰਦਾ, ਤੇ ਮਹਾਰਾਜ ਕਹਿੰਦੇ ਹੋ ਕਰ ਭਾਈ, ਜਿੰਨਾ ਕੁ ਸਾਨੂੰ ਲੋੜ ਹੈ ਉਹ ਸਾਨੂੰ ਦੇ ਦਿਆ ਕਰ, ਤੇ ਮਾਇਆ ਤੈਨੂੰ ਅਸੀਂ ਦੇ ਕੇ ਤੋਰਾਂਗੇ। ਉਹ ਇਹਦਾ ਅਨਾਜ ਰੋਜ਼ ਲੈ ਲੈਣਾ, ਇਹ ਤੋਂ ਲੰਗਰ ਵਿੱਚ ਲੱਗ ਜਾਣਾ। ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕੁਝ ਸਮਾਂ ਤੈਨੂੰ ਰੁਕਣਾ ਪਵੇਗਾ। ਇਹ ਗੁਰਮੁਖੋ ਕਹਿੰਦਾ ਵੀ ਮਹਾਰਾਜ ਜ਼ਰੂਰ ਰੁਕਾਂਗਾ। ਸਾਰਾ ਅਨਾਜ ਗੁਰੂ ਕੇ ਲੰਗਰਾਂ 'ਚ ਲੱਗ ਗਿਆ, ਤੇ ਇਸ ਕਰਕੇ ਰੁਕਿਆ ਮਹਾਰਾਜ। ਜਦੋਂ ਮਾਇਆ ਦੇਣਗੇ, ਤੇ ਜਦੋਂ ਥੋੜੇ ਦਿਨਾਂ ਬਾਅਦ ਫਿਰ ਇਹੋ ਜਿਹਾ ਦਾ ਮਨ ਪ੍ਰਭਾਵਿਤ ਹੋਇਆ ਸਿੱਖਾਂ ਦੀ ਸੇਵਾ ਕਰਦਿਆਂ ਵੇਖ ਕੇ। ਮਹਾਰਾਜ ਨੇ ਇੱਕ ਦਿਨ ਸੱਦਿਆ, ਭਾਈ ਗੰਗਾ ਰਾਮ, ਦੱਸ ਭਾਈ ਹੁਣ ਦਸਵੰਧ ਆ ਗਿਆ ਗੁਰਸਿੱਖਾਂ ਦਾ, ਤੇਰੇ ਅਨਾਜ ਦੀ ਕੀ ਕੀਮਤ ਹੈ? ਇਹਦਾ ਸੇਵਾ ਕਰਦਿਆਂ ਮਨ ਇੰਨਾ ਪਵਿੱਤਰ ਹੋ ਗਿਆ, ਕਹਿੰਦਾ ਮਹਾਰਾਜ ਨਾ ਕੋਈ ਕੀਮਤ ਲਈ ਲੈਣੀ ਹੈ। ਉਹ ਕਿੱਡੀ ਕਿਰਪਾ ਹੋਈ ਇਸ ਤੇ। ਉਹ ਸਾਖੀ ਇੱਥੇ ਸੰਖੇਪ ਰੂਪ ਵਿੱਚ ਸੰਤ ਰੇਣ ਜੀ ਦੇ ਰਹੇ ਹਨ ਕਿ ਇਉਂ ਸਿੱਖਾਂ ਨੂੰ ਸੇਵਾ ਕਰਦਿਆਂ ਵੇਖ ਕੇ ਸਿੱਖਨ ਕੋ ਪਿਖ ਦੇਜ ਵਿਸਮਾਇਓ, ਘਾਲ ਵੱਡੀ ਘਾਲਣ ਚਿਤ ਲਾਇਓ। ਇਹਦਾ ਵੀ ਚਿੱਤੇ ਵੱਡੀ ਘਾਲ ਸੇਵਾ ਕਰਨ ਦੇ ਵਿੱਚ ਲੱਗਿਆ ਹੈ। ਗੰਗਾ ਰਾਮ ਵਿਪਰ ਚਿਤ ਫਿਰਿਓ, ਇਹ ਗੰਗਾ ਰਾਮ ਬ੍ਰਾਹਮਣ ਦਾ ਚਿੱਤ ਫਿਰ ਗਿਆ ਹੈ। ਗੁਰੂ ਪ੍ਰਤਾਪ ਸੁਨੀਕ ਨਿਹਰਿਓ,
ਇਹਨੇ ਜਾਣਿਆ ਗੁਰੂ ਸਾਹਿਬ ਦਾ ਪ੍ਰਤਾਪ ਕਿਤਨਾ ਮਹਾਨ ਹੈ। ਸਗਰੋ ਅੰਨ ਦੀਨ ਅਰ ਪਾਈ, ਸਾਰਾ ਅਨਾਜ ਗੁਰੂ ਕੇ ਲੰਗਰਾਂ ਵਿੱਚ ਹੀ ਅਰਪਣ ਕਰ ਦਿੱਤਾ। ਹਾਥ ਜੋੜ ਕਰ ਬਿਨੈ ਅਲਾਈ, ਹੱਥ ਜੋੜ ਕੇ ਬੇਨਤੀ ਕੀਤੀ ਹੈ। ਦੀਨ ਜਾਨ ਲਿਓ ਆਪਨ ਬਨਾਈ, ਕਹਿੰਦਾ ਮਹਾਰਾਜ ਧਨ ਨਹੀਂ ਚਾਹੀਦਾ ਮੈਨੂੰ, ਨਿਮਾਣਾ ਗਰੀਬ ਜਾਣ ਕੇ ਆਪਣਾ ਬਣਾ ਲਓ ਜੀ। ਪਰਿਓ ਆਨ ਕੈ ਮੈਂ ਸਰਨਾਈ, ਮੈਂ ਸਤਿਗੁਰੂ ਜੀ ਆ ਕੇ ਤੁਹਾਡੀ ਸ਼ਰਨ ਪਿਆ ਹਾਂ। ਸੁਧ ਮਨਾ ਸ਼ਰਧਾ ਗੁਰ ਜਾਨੀ, ਇਹਦਾ ਮਨ ਸ਼ੁੱਧ ਪਵਿੱਤਰ ਦੇਖ ਕੇ ਦੀ ਸ਼ਰਧਾ ਨੂੰ ਸਤਿਗੁਰਾਂ ਜਾਣਿਆ ਹੈ। ਦੇ ਉਪਦੇਸ਼ ਤਬੈ ਗੁਣ ਖਾਨੀ, ਗੁਣਾਂ ਦੀ ਖਾਣ ਸਤਿਗੁਰੂ ਨੇ ਉਪਦੇਸ਼ ਦਿੱਤਾ। ਘਰ ਬਾਹਰ ਦਿਜ ਦੀਨ ਵਿਸਾਰਾ, ਤੇ ਜਿੰਨਾ ਗੁਰਮੁਖੋ ਘਰ ਬਾਰ ਸੀ ਉਹ ਸਾਰਾ ਬ੍ਰਾਹਮਣ ਗੰਗਾ ਰਾਮ ਨੇ ਭੁਲਾ ਦਿੱਤਾ। ਕਰਨ ਲੱਗਿਓ ਸਰ ਕੀ ਤਬਕਾਰਾ, ਉਸ ਸਮੇਂ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਲੱਗ ਪਿਆ ਹੈ। ਦਿਨ ਪ੍ਰਤ ਕਾਰ ਕਰਤ ਹੈ ਜਿਉਂ ਜਿਉਂ, ਦਿਨਾਂ ਪ੍ਰਤੀ ਦਿਨ ਜਿਉਂ ਜਿਉਂ ਸੇਵਾ ਕਰਦਾ ਹੈ। ਔਰ ਨਿਰਮਲ ਦਿਜ ਹੋਵੇ ਤਿਉ ਤਿਉ, ਤਾਂ ਇਹਦਾ ਹਿਰਦਾ ਤਿਉ ਤਿਉ ਪਵਿੱਤਰ ਹੋ ਰਿਹਾ ਹੈ। ਹਦਕ ਘਾਲ ਘਾਲੀ ਜਬ ਹੀਰ, ਜਦੋਂ ਇਹਨੇ ਬਹੁਤ ਘਾਲ ਕਮਾਈ ਸੇਵਾ ਕੀਤੀ ਸਤਿਗੁਰਾਂ ਵੇਖੀ। ਕਿਰਪਾ ਦ੍ਰਿਸ਼ਟ ਗੁਰ ਕਰੀ ਬਡੇਰ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਫਿਰ ਇਹਦੇ ਤੇ ਵੱਡੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ। ਕਹਿਤ ਭਏ ਅਬ ਸੇਵਾ ਪੂਰੀ, ਮਹਾਰਾਜ ਨੇ ਸੱਦ ਕੇ ਕਿਹਾ ਗੰਗਾ ਰਾਮ ਭਾਈ ਤੇਰੀ ਸੇਵਾ ਪੂਰੀ ਹੋ ਗਈ ਹੈ। ਨਿਜ ਗ੍ਰਹਿ ਜਾਹੋ ਲਹੋ ਪਦ ਰੂਰੀ, ਹੁਣ ਤੂੰ ਸੁੰਦਰ ਪਦ ਪਰਮ ਪਦ ਦੀ ਪ੍ਰਾਪਤੀ ਕਰਕੇ ਜਾ ਆਪਣੇ ਘਰ ਨੂੰ ਚਲਿਆ ਜਾ। ਮਾਨ ਬਾਕ ਚਰਨਨ ਸਿਰ ਨਿਆਇਓ, ਇਹਨੇ ਗੁਰੂ ਕੇ ਬਚਨ ਮੰਨੇ ਤੇ ਬਠਿੰਡੇ ਦਾ ਫਿਰ ਇਹ ਇਸ ਇਲਾਕੇ ਦਾ ਬਹੁਤ ਵੱਡਾ ਪ੍ਰਚਾਰਕ ਹੋਇਆ ਸਿੱਖੀ ਦਾ। ਬ੍ਰਾਹਮਣ ਗੰਗਾ ਰਾਮ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ, ਗੁਰਬਾਣੀ ਦੇ ਅਰਥ ਕਰ ਕਰ ਸੁਣਾਉਣੇ, ਲੰਗਰ ਚਲਾਏ। ਇਉਂ ਸਿੱਖੀ ਮਾਲਵੇ ਵਿੱਚ ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੀਆਂ ਸੇਵਕਾਂ ਰਾਹੀਂ ਫੈਲਾਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਾਨ ਬਾਕ ਚਰਨਨ ਸਿਰ ਨਿਆਇਓ, ਬਚਨ ਮੰਨ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਰੱਖਿਆ ਹੈ। ਰਿੱਧ ਸਿੱਧ ਨਿੱਧ ਲੈ ਗ੍ਰਹਿ ਦਿਸ ਆਇਓ, ਰਿੱਧੀਆਂ ਸਿੱਧੀਆਂ ਤੇ ਨਿੱਧੀਆਂ ਸਭ ਕੁਝ ਲੈ ਕਰਕੇ ਆਪਣੇ ਘਰ ਵੱਲ ਆ ਗਿਆ। ਇਤਿਆਦਿਕ ਕੇਤਕ ਸਿੱਖ ਗਨੀਏ, ਸੰਤਰੇਣ ਜੀ ਕਹਿੰਦੇ ਭਾਈ ਇਤਿਆਦਿਕ ਅਨੇਕਾਂ ਨੇ, ਕਿੰਨੇ ਕੁ ਸਿੱਖਾਂ ਦੀ ਤੁਸੀਂ ਗਿਣਤੀ ਕਰ ਲਓਗੇ। ਸੇਵਾ ਕਰ ਪਦ ਪਾਏ ਮਹਨੀਏ, ਜਿਨ੍ਹਾਂ ਨੇ ਗੁਰੂ ਦਰ ਤੇ ਸੇਵਾ ਕਰਕੇ ਮਹਾਨ ਪਦ ਦੀ ਪ੍ਰਾਪਤੀ ਕੀਤੀ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ, ਪੰਜਵੇਂ ਮਹੱਲੇ ਦੀ ਇਹ ਕਥਾ ਹੈ। ਭਾਈ ਬਹਿਲੋ ਦਿਜ ਗੰਗਾ ਰਾਮ ਪ੍ਰਸੰਗ ਵਰਣਨ, ਭਾਈ ਬਹਿਲੋ ਤੇ ਗੰਗਾ ਰਾਮ ਬ੍ਰਾਹਮਣ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਅਸ਼ਟਮ ਮੰਦਰ ਹੈ, 8ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅੱਗੇ 9ਵੇਂ ਘਰ ਦਾ ਪ੍ਰਸੰਗ ਕਹਿ ਰਹੇ ਨੇ। ਸਿੱਖ ਆਨਗਨ ਸਮਦਾਏ ਹੋਇ, ਕਰਤ ਸੁਧਾ ਸਰਕਾਰ। ਬਹੁਤ ਹੀ ਸਿੱਖ ਇਕੱਠੇ ਹੋ ਕਰਕੇ ਆਉਂਦੇ ਨੇ ਤੇ ਸਤਿਗੁਰੂ ਦੇ ਦਰ ਅੰਮ੍ਰਿਤ ਸਰੋਵਰ ਦੀ ਸੇਵਾ ਕਰਦੇ ਹਨ। ਪੱਕੇ ਪਜਾਵੇ ਈਟ ਕਾ, ਆਨ ਤਾਲ ਪਰ ਡਾਰ। ਜਦੋਂ ਆਵਿਆਂ ਦੇ ਵਿੱਚ ਇੱਟਾਂ ਪੱਕਦੀਆਂ ਨੇ ਉਹ ਲਿਆ ਲਿਆ ਕੇ ਸਰੋਵਰ ਕਿਨਾਰੇ ਰੱਖਦੇ ਨੇ। ਚੌਪਈ
ਪਾਕੀ ਚਿੰਬੇ ਲੱਗੇ ਸੁਪਾਨ। ਹੁਣ ਪੱਕੀਆਂ ਪੌੜੀਆਂ ਦੀ ਚਣਾਈ ਹੋਣ ਲੱਗ ਪਈ। ਸੌਂਪੀ ਕਾਰ ਮਸੰਦਨ ਮਾਨ। ਇਹ ਸਾਰੀ ਕਾਰ ਸੇਵਾ ਇਸ ਤਰ੍ਹਾਂ ਮਸੰਦਨ ਮਨ ਕਰਕੇ ਸੌਂਪੀ ਹੈ। ਜੋ ਧਨ ਦੇਸ਼ ਵਿਦੇਸ਼ਨ ਆਵੇ। ਜੋ ਦੇਸ਼ਾਂ ਵਿਦੇਸ਼ਾਂ ਤੋਂ ਧਨ ਆਉਂਦਾ ਹੈ। ਆਦ ਵਿਸਾਖੀ ਜਿਤਕ ਚੜਾਵੇ। ਉਹ ਵਿਸਾਖੀ ਦੇ ਇਸ ਮਹਾਨ ਜੋੜ ਮੇਲੇ ਤੇ ਲਿਆ ਕੇ ਮਸੰਦ ਚੜਾਉਂਦੇ ਹਨ। ਸਰਬ ਮਸੰਦ ਸੰਭਾਰਨ ਕਰੇ। ਤੇ ਫਿਰ ਮਸੰਦਾਂ ਦੀਆਂ ਡਿਊਟੀਆਂ ਲੱਗੀਆਂ ਸੀ ਇੱਥੇ ਵੀ। ਉਹ ਸਾਰੀਆਂ ਭਾਈ ਮਸੰਦ ਸੰਭਾਲਦੇ ਹਨ। ਖਰਚੈ ਜਹਾਂ ਕਾਜ ਬਨ ਪਰੈ। ਤੇ ਜਿੱਥੇ ਕੋਈ ਕੰਮ ਲੋੜ ਖਰਚਾ ਕਾਰਜ ਬਣਦਾ ਉੱਥੇ ਖਰਚਦੇ ਹਨ। ਸਭ ਸਿੱਖਨ ਕੇ ਸਦਨ ਸਿਧਾਵੇ। ਤੇ ਮਸੰਦਿਓਂ ਵੱਖ-ਵੱਖ ਸਾਰੇ ਸਿੱਖਾਂ ਦੇ ਘਰ ਜਾਂਦੇ ਨੇ। ਗੁਰ ਕੀ ਕਾਰ ਬਟੋਰ ਲਿਆਵੇ। ਗੁਰੂ ਕੀ ਕਾਰ ਸੇਵਾ ਦਸਵੰਧ ਇਕੱਠਾ ਕਰ ਕਰ ਲਿਆਉਂਦੇ ਹਨ। ਕਾਰੀਗਰ ਆਦਿਕ ਸਮੁਦਾਇ। ਤੇ ਕਾਰੀਗਰ ਇਤਿਆਦਿਕ ਸਾਰੇ ਹੀ ਜਹਾਂ ਖਰਚ ਦੇਨੋ ਬਨ ਜਾਏ। ਜਿੱਥੇ ਖਰਚ ਦੇਣਾ ਬਣਦਾ ਹੈ। ਸਰਬ ਥਾਨ ਸੋ ਦੈਬੋ ਕਰੈ। ਸਾਰੇ ਥਾਵਾਂ ਤੇ ਮਸੰਦ ਖਰਚਾ ਦੇਣਾ ਕਰਦੇ ਹਨ। ਦੇਗ ਆਦ ਮਹਿ ਖਰਚ ਵਿਚਰੈ। ਤੇ ਲੰਗਰਾਂ ਦੇ ਵਿੱਚ ਖਰਚਾ ਹੁੰਦਾ ਉਹ ਸਾਰਾ ਵਿਚਾਰਦੇ ਨੇ। ਬਹੁ ਸਿੱਖ ਹਿਤ ਸੋ ਕਾਰ ਕਰਨ ਤੇ। ਬਹੁਤ ਸਿੱਖ ਭਾਈ ਜਿਹੜੇ ਪ੍ਰੇਮ ਨਾਲ ਸੇਵਾ ਕਰਦੇ ਐ। ਥੋਰ ਸੇਵ ਫਲ ਅਧਿਕ ਲਹੰਤੇ। ਐਡਾ ਕਿਰਪਾ ਥੋੜੀ ਸੇਵਾ ਨਾਲ ਵੀ ਵੱਡੇ ਫਲ ਦੀ ਪ੍ਰਾਪਤੀ ਕਰ ਲੈਂਦੇ ਹਨ। ਜੋ ਸਕਾਮ ਹੋਏ ਬਾਂਛਤ ਪਾਏ। ਸਕਾਮ ਸੇਵਾ ਹੁੰਦੀ ਹੈ ਸਹਿਤ ਕਾਮਨਾ। ਦੋ ਤਰ੍ਹਾਂ, ਇੱਕ ਕੋਈ ਸੇਵਾ ਕਰਦਾ ਤੇ ਉਹਦੇ ਪਿੱਛੇ ਕੋਈ ਕਾਮਨਾ ਹੈ ਕਿ ਮਹਾਰਾਜ ਕਿਰਪਾ ਕਰੋ ਆਹ ਮੇਰੀ ਕਾਮਨਾ ਪੂਰੀ ਹੋ ਜੇ। ਗੁਰੂ ਕਿਰਪਾ ਕਰਦਾ ਭਾਈ ਸੇਵਾ ਕਰਨ ਵਾਲਾ ਕਾਮਨਾ ਸਹਿਤ ਸੇਵਾ ਕਰਦਾ ਉਹਦੀ ਕਾਮਨਾ ਪੂਰੀ ਕਰ ਦਿੰਦੇ ਆ। ਇਹ ਕੋ ਨੇ ਜਿਹੜੇ ਕੋਈ ਕਾਮਨਾ ਨਹੀਂ ਹੈ ਫਿਰ ਸੇਵਾ ਕਰ ਰਹੇ ਆ ਉਹਨੂੰ ਨਿਸ਼ਕਾਮ ਕਹਿੰਦੇ ਆ। ਕਾਮਨਾ ਰਹਿਤ ਸੇਵਾ ਤਾਂ ਉਹਨਾਂ ਨੂੰ ਫਿਰ ਮਹਾਰਾਜ ਕਿਰਪਾ ਕਰਦੇ ਨੇ। ਉਹਨਾਂ ਨੂੰ ਗੁਰਮੁਖੋ ਜਿਹੜਾ ਹੈ ਨਾਮ ਬਾਣੀ ਬਖਸ਼ਿਸ਼ ਕਰਕੇ ਪਰਮ ਪਦ ਦੀ ਪ੍ਰਾਪਤੀ ਦਾ ਬਖਸ਼ਿਸ਼ਾਂ ਕਰ ਦਿੰਦੇ ਆ ਮਹਾਰਾਜ। ਤੋ ਇੱਥੇ ਜੋ ਵੀ ਸਾਰੇ ਜੋ ਸਕਾਮ ਹੋਏ ਬਾਂਛਤ ਪਾਏ। ਜਿਹੜੇ ਸਹਿਤ ਕਾਮਨਾ ਨਾਲ ਸੇਵਾ ਕਰਦੇ ਹੋ ਮਨ ਇੱਛਤ ਫਲ ਪਾ ਲੈਂਦੇ ਐ। ਜੋ ਨਿਸ਼ਕਾਮ ਹਿਰਦਾ ਬਿਮਲਾਏ। ਜਿਹੜੇ ਨਿਸ਼ਕਾਮਤਾ ਸਹਿਤ ਕਰਦੇ ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਹਨ। ਲੋਕ ਪਰਲੋਕਨ ਸੁਖ ਸਮੁਦਾਇਓ। ਲੋਕ ਔਰ ਪਰਲੋਕ ਦੇ ਸਾਰੇ ਜਿੰਨੇ ਸੁੱਖ ਨੇ ਸਦਾ ਵਰਤ ਗੁਰ ਸਭਨ ਲਗਾਇਓ। ਗੁਰੂ ਨੇ ਸਾਰਿਆਂ ਵਾਸਤੇ ਸਦਾ ਵਰਤ ਲਾਇਆ ਹੋਇਆ ਹੈ। ਕਾਰ ਸੁਧਾ ਸਰ ਕੇਰ ਬਹਾਨਾ। ਇਹ ਤਾਂ ਗੁਰਮੁਖੋ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਦਾ ਬਹਾਨਾ ਸਤਿਗੁਰਾਂ ਬਣਾ ਕੇ ਦਾਸਨ ਦੇਤ ਕਾਮਨਾ ਨਾਨਾ। ਆਪਣਿਆਂ ਸੇਵਕਾਂ ਦੀਆਂ ਬਹੁਤੀਆਂ ਕਾਮਨਾਵਾਂ ਪੂਰੀਆਂ ਕਰ ਰਹੇ ਹਨ। ਸ੍ਰੀ ਅੰਮ੍ਰਿਤਸਰ ਮਹਿਮਾ ਭਾਰੀ। ਇਹ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਅੰਮ੍ਰਿਤਸਰ ਦੀ ਬਹੁਤ ਵੱਡੀ ਮਹਿਮਾ। ਸ੍ਰੀ ਅਰਜਨ ਬਹੁ ਭਾਂਤ ਉਚਾਰੀ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਹੁਤ ਤਰ੍ਹਾਂ ਕਰਕੇ ਜੋ ਕਹੀ ਹੈ। ਬਹੁਤ ਮਹਾਰਾਜ ਨੇ ਆਪ ਗੁਰਮੁਖੋਈ ਮਹਿਮਾ ਉਚਾਰੀ। ਮੱਜਨ ਕਰੇ ਕਲੂਖਨ ਰਹਿ। ਕਿ ਭਾਈ ਜੋ ਇਹਦੇ ਵਿੱਚ ਇਸ਼ਨਾਨ ਕਰੇਗਾ ਉਹ ਕਲੂਖਨ ਕਲੂ ਨਾਮ ਖਨ ਪਾਪ ਦਾ ਹੈ। ਪਾਪਾਂ ਤੋਂ ਰਹਿਤ ਹੋ ਜਾਵੇਗਾ। ਬਾਛਤ ਪਾਏ ਭਾਵ ਜੋਗ ਹੈ।
ਤੇ ਭਾਈ ਜੋ ਇਸ ਭਾਵ ਨੂੰ ਗ੍ਰਹਿਣ ਕਰ ਲਵੇਗਾ ਉਹ ਮਨ ਇੱਛਤ ਫਲ ਪਾ ਲਵੇਗਾ। ਮਹਾ ਮਹਾਤਮ ਸੰਗਤ ਜਾਣੈ, ਤਾਂ ਸੰਗਤਾਂ ਇਸ ਸੇਵਾ ਦਾ ਮਹਾ ਮਹੱਤਵ, ਇਸ਼ਨਾਨ ਦਾ ਵੱਡਾ ਮਹੱਤਵ ਜਾਣ ਕੇ ਸ਼ਰਧਾ ਧਰ ਧਰ ਸੇਵਾ ਠਾਨੈ, ਸ਼ਰਧਾ ਧਾਰ ਧਾਰ ਕੇ ਸੇਵਾ ਕਰਦੀਆਂ ਹਨ। ਕੇਤਕ ਜਬ ਚਿਨ ਲੀਨ ਸੁਪਾਨਾ, ਇਉਂ ਜਦੋਂ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਕੁਝ ਜਿਹੜੀਆਂ ਪੌੜੀਆਂ ਨੇ ਉਸ ਚੋਂ ਸੁਪਾਨਾ ਪੌੜੀਆਂ ਉਹ ਭਾਈ ਚਿਣ ਲਈਆਂ, ਭਾਵ ਬਣ ਗਈਆਂ। ਮਿਲ ਸਿੱਖਨ ਗੁਰ ਸੰਗ ਬਖਾਨਾ, ਤਾਂ ਸਿੱਖਾਂ ਨੇ ਮਿਲ ਕੇ ਗੁਰੂ ਸਾਹਿਬ ਨੂੰ ਇੱਕ ਦਿਨ ਬੇਨਤੀ ਕੀਤੀ, ਹੇ ਸਤਿਗੁਰ ਜੋ ਹੈ ਮਸੰਦ, ਕਿ ਹੇ ਸਤਿਗੁਰੂ ਜੀ ਇਹ ਜਿਹੜੇ ਮਸੰਦ ਹਨ, ਕਾਰ ਕਰਾਵੇ ਸੋ ਮਤ ਮੰਦ, ਇਹਨਾਂ ਵਿੱਚੋਂ ਕੁਝ ਐਸੇ ਨੇ ਮਾੜੀ ਮੱਤ ਵਾਲੇ, ਕੁਝ ਉਹ ਸੇਵਾ ਕਰਵਾਉਂਦੇ ਐ। ਏਕ ਈਟ ਚੂਨੇ ਕੀ ਜਰੈ, ਉਹ ਸਮਾਂ ਸੀ ਪੁਰਾਣੇ ਸਮਿਆਂ ਵਿੱਚ, ਜਿਵੇਂ ਅੱਜ ਸੀਮੈਂਟ ਹੈ, ਪਹਿਲਾਂ ਚੂਨਾ ਤਿਆਰ ਹੁੰਦਾ ਸੀ। ਪੱਥਰ ਲਿਆ ਕੇ ਉਹ ਚੂਨਾ ਚੱਕੀਆਂ 'ਚ ਪੀਂਦੇ ਸੀ, ਫਿਰ ਉਹਦੇ ਵਿੱਚ ਕਈ ਤਰ੍ਹਾਂ ਦੇ ਮਸਾਲੇ ਪੈਂਦੇ ਹੁੰਦੇ ਸਨ ਤੇ ਉਹਦੇ ਨਾਲ ਫਿਰ ਉਹ ਚੂਨਾ ਤਿਆਰ ਹੁੰਦਾ ਸੀ। ਫਿਰ ਗੁਰਮੁਖੋ ਚਣਾਈ ਹੁੰਦੀ ਸੀ, ਜਿਵੇਂ ਅੱਜ ਆਪਾਂ ਸੀਮੈਂਟ ਰੇਤਾ ਪਾ ਕੇ ਚਣਾਈ ਕਰਦੇ ਆ, ਚੂਨੇ ਨਾਲ ਚਣਾਈ ਹੁੰਦੀ ਸੀ ਤੇ ਬੜਾ ਖਰਚਾ ਉਹਦੇ ਤੇ ਆਉਂਦਾ ਹੁੰਦਾ ਸੀ। ਪਰ ਉਹਦੇ ਵਿੱਚ ਅੱਜ ਵੀ ਤੁਸੀਂ ਦੇਖੋ, ਜਿਹੜਾ ਅੰਮ੍ਰਿਤ ਸਰੋਵਰ ਤੇ ਜਦੋਂ ਆਪਾਂ ਪੁਲ ਤੋਂ ਦੀ ਜਾਂਦੇ ਆ ਦਰਸ਼ਨੀ ਡਿਓਢੀ ਤੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵੱਲ, ਤੇ ਉਹਦੇ ਜਦੋਂ ਕਾਰ ਸੇਵਾ ਹੋਈ, ਉਹ ਜਲ ਸਾਰਾ ਕੱਢ ਕੇ ਜੋ ਗਾਰ ਇਤਿਆਦਿ ਕੱਢੀ ਗਈ, ਵੱਡੇ ਵੱਡੇ ਇੰਜੀਨੀਅਰ ਆਏ, ਉਹਨਾਂ ਨੇ ਚੈੱਕ ਕੀਤਾ ਤੇ ਉਹ ਚੈੱਕ ਕਰਕੇ ਹੈਰਾਨ ਹੋ ਗਏ ਕਿ ਇਹਦੇ ਵਿੱਚ ਇੰਨੀ ਸ਼ੁੱਧ ਚਨਾਈ ਹੋਈ ਹੈ, ਇੱਕ ਤੁਬਕਾ ਵੀ ਅੰਦਰ ਪਾਣੀ ਦਾ ਨਹੀਂ ਗਿਆ। ਇਸ ਢੰਗ ਨਾਲ ਉਹ ਇੰਨਾ ਵਧੀਆ ਚੂਨਾ ਤਿਆਰ ਕਰਕੇ, ਉਹ ਸਮਾਂ ਸੀ ਜਦੋਂ ਪਹਿਲਾਂ ਇਹ ਪੌੜੀਆਂ ਤਿਆਰ ਹੋਈਆਂ, ਉਹ ਕੁਝ ਬਿਰਤੀ ਹੁੰਦੀ ਹੈ ਤੇ ਮਸੰਦ ਉਹ ਕਿਰਸ ਕਰਨ ਲੱਗ ਗਏ, ਕਹਿਣਾ ਇੱਕ ਇੱਟ ਚੂਨੇ ਨਹੀਂ ਲਾ ਦੇ, ਵਿੱਚ ਗਾਰਾ ਲਾ ਦੇ, ਕੋਈ ਨਹੀਂ, ਤੇ ਖਰਚਾ ਘੱਟ ਹੋਵੇ। ਬਿਰਤੀ ਹੋ ਗਈ ਕਿ ਇੱਥੋਂ ਬਚ ਜੇ ਪੈਸਾ, ਤੇ ਉਹ ਭਾਵੇਂ ਹੁਣ ਉਹ ਬਿਰਤੀ ਕਿਉਂਕਿ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ, ਇਸ ਕਰਕੇ ਜਿਹੜੀ ਗੁਰੂ ਕੇ ਕਾਰ ਨੇ ਨਾ ਸੇਵਾ ਹੈ, ਇਹਦੇ ਵਿੱਚ ਤੇ ਘਰਾਂ ਦੀ ਕੰਮਾਂ ਵਿੱਚ ਬਹੁਤ ਵੱਡਾ ਫਰਕ ਹੈ। ਉਹ ਮਸੰਦਾਂ ਦੀ ਐਸੀ ਬਿਰਤੀ ਹੋਈ ਕਿ ਗੁਰੂ ਪਾਤਸ਼ਾਹ ਨੂੰ ਆ ਕੇ ਸਿੱਖਾਂ ਕਿਹਾ, ਮਹਾਰਾਜ ਇਹ ਸਤਿਗੁਰ ਜੋ ਹੈ ਮਸੰਦ, ਮਹਾਰਾਜ ਇਹ ਜਿਹੜੇ ਮਸੰਦ ਨੇ, ਕਾਰ ਕਰਾਵੇ ਸੋ ਮਤ ਮੰਦ, ਇਹ ਮਾੜੀ ਮੱਤ ਵਾਲੇ ਸੇਵਾਕਾਰ ਸੇਵਾ ਕਰਵਾ ਰਹੇ ਹਨ। ਏਕ ਈਟ ਚੂਨੇ ਕੀ ਜਰੈ, ਇੱਕ ਇੱਟ ਚੂਨੇ ਦੀ ਲਵਾਉਂਦੇ ਆ ਮਿਸਤਰੀਆਂ ਤੋਂ। ਪੁਨ ਕਰ ਦਮ ਕੀ ਭਰਤੀ ਭਰੈ, ਫਿਰ ਮਹਾਰਾਜ ਗਾਰੇ ਦੀ ਭਰਤੀ ਭਰ ਦਿੰਦੇ ਹਨ, ਚਿੱਕੜ ਗਾਰੇ ਨਾਲ ਲਵਾਉਂਦੇ ਹਨ। ਸੁਨ ਸਿੱਖਨ ਤੇ ਸਤਿਗੁਰ ਪਾਵਨ, ਇਹ ਸੁਣ ਕੇ ਸਤਿਗੁਰੂ ਮਹਾਰਾਜ ਨੇ ਗੁਰ ਸਿੱਖਾਂ ਤੋਂ ਘਰੇ ਸਮੀਪ ਮਸੰਦ ਬੁਲਾਵਨ, ਮਸੰਦਾਂ ਨੂੰ ਕੋਲ ਸੱਦਿਆ ਹੈ। ਸਭ ਸੋ ਕਹਿਓ ਕਾਰ ਇਹੋ ਕਾਚੀ, ਸਾਰਿਆਂ ਨੂੰ ਕਿਹਾ, ਮਸੰਦੋ ਆ ਜਿਹੜੀ ਕਾਰ ਤੁਸੀਂ ਕੰਮ ਕਰਵਾ ਰਹੇ ਹੋ ਇਹ ਕੱਚਾ ਹੈ। ਕਿਉਂ ਤੁਮ ਕਰੋ ਲੋਭ ਮਨ ਮਤ ਰਾਚੀ, ਇਹ ਕੰਮ ਤੁਸੀਂ ਕਿਉਂ ਕਰਦੇ ਹੋ, ਕਿਉਂ ਤੁਹਾਡੀ ਮਤ ਲੋਭ ਦੇ ਵਿੱਚ ਰਚੀ ਹੋਈ ਹੈ। ਸਤਿਗੁਰ ਇਮ ਕਹਿ ਬਹੁ ਸਮਝਾਏ, ਗੁਰੂ ਸਾਹਿਬ ਨੇ ਕਹਿ ਕੇ ਬਹੁਤ ਉਹਨਾਂ ਨੂੰ ਸਮਝਾਇਆ। ਤਉ ਮਸੰਦ ਨ ਸ਼ਰਧਾ ਲਿਆਏ, ਤੇ ਉਹ ਮਸੰਦਾਂ ਨੂੰ ਇਹ ਹੋ ਗਿਆ ਐਵੇਂ ਮਹਾਰਾਜ ਬੇਫਾਇਦਾ ਖਰਚਾ ਕਰਾਈ ਜਾਂਦੇ ਆ, ਸਾਨੂੰ ਪਤਾ ਹੈ ਕਿਵੇਂ ਇਕੱਠੇ ਕਰ ਕਰਕੇ ਅਸੀਂ ਲੋਕਾਂ ਕੋਲੋਂ ਲਿਆਉਨੇ ਆ, ਤੇ ਮਹਾਰਾਜ ਤਾਂ ਹੁਕਮ ਕਰ ਦਿੰਦੇ ਐਂ ਕਰ ਦਿਓ, ਮੰਗ ਕੇ ਤਾਂ ਅਸੀਂ ਲਿਆਉਨੇ ਆ ਲੋਕਾਂ ਕੋਲੋਂ। ਇਹ ਮਨ ਵਿੱਚ ਆ ਗਿਆ ਮਸੰਦਾਂ ਦੇ। ਤਉ ਮਸੰਦ ਨ ਸ਼ਰਧਾ ਲਿਆਏ, ਇਸ ਕਰਕੇ ਉਹ ਮਸੰਦ ਗੁਰੂ ਦੇ ਬਚਨ ਤੇ ਸ਼ਰਧਾ ਨਾ ਲਿਆਏ।
ਇੱਕ ਦੋਏ ਦਿਨ ਸਭ ਚੂਨਾ ਲਾਇਓ। ਇੱਕ ਦੋ ਦਿਨ ਤਾਂ ਮਹਾਰਾਜ ਦੇ ਕਹੇ ਤੋਂ ਸਾਰਾ ਚੂਨਾ ਹੀ ਲਾਇਆ। ਬਹੁਰ ਬਰਜ ਦੀਨ ਸਲਬ ਆਇਓ। ਫੇਰ ਮਿਸਤਰੀਆਂ ਨੂੰ ਕਹਿ ਤਾਂ ਬਰਜ ਦਿੱਤਾ, ਅੰਦਰ ਲੋਭ ਆ ਗਿਆ। ਏਕ ਈਟ ਹੀ ਬਹੁਰ ਲਗਾਵੇ। ਜਿਹੜੀ ਬਾਹਰਲੇ ਪਾਸੇ ਇੱਕ ਇੱਟ ਲੱਗਣੀ ਹੈ ਉਹੀ ਚੂਨੇ ਦੀ ਲਵਾਉਂਦੇ ਹਨ। ਪਾਛੇ ਕਰਦਮ ਸਗਰੋ ਪਾਵੇ। ਜਿਹੜੀ ਅੰਦਰ ਇੱਟਾਂ ਲੱਗਦੀਆਂ ਪਿੱਛੇ ਸਾਰਿਆਂ ਵਿੱਚ ਗਾਰਾ ਪਾਉਂਦੇ ਨੇ। ਪੁਨ ਸਤਿਗੁਰ ਢਿੱਗ ਸਿੱਖ ਕਹੰਤੇ। ਸਤਿਗੁਰੂ ਕੋਲੇ ਫੇਰ ਆ ਕੇ ਗੁਰਸਿੱਖ ਦੱਸਦੇ ਹਨ, ਅਬ ਮਸੰਦ ਨਿਜ ਮਤ ਵਰਤੰਤੇ, ਕਿ ਮਹਾਰਾਜ ਹੁਣ ਫੇਰ ਮਸੰਦ ਆਪਦੀ ਮਤ ਵਰਤਦੇ ਨੇ। ਸੁਣ ਸਿੱਖਨ ਤੇ ਪੁਨ ਬੁਲਵਾਏ। ਸਿੱਖਾਂ ਤੋਂ ਸੁਣ ਕੇ ਫੇਰ ਮਹਾਰਾਜ ਨੇ ਮਸੰਦ ਸੱਦ ਲਏ। ਨਿਕਟ ਦੇਖ ਕਰ ਗੁਰ ਫੁਰਮਾਏ। ਨੇੜੇ ਆ ਗਏ ਜਦੋਂ ਦੇਖ ਕੇ ਸਤਿਗੁਰੂ ਨੇ ਬਚਨ ਕਹੇ, ਤਾਲ ਰਚਨ ਮਹਿ ਦੰਭ ਨ ਕਰੀਐ। ਉਹ ਮਸੰਦੋ ਸਰੋਵਰ ਦੀ ਰਚਨਾ ਵਿੱਚ ਤੁਸੀਂ ਐਵੇਂ ਦੰਭ ਪਖੰਡ ਨਾ ਕਰੋ। ਇਹੋ ਸਤਿਗੁਰ ਕੋ ਸਦਨ ਵਿਚਰੀਐ ਹੈ। ਇੱਥੇ ਸਦਨ ਦੀ ਜਗ੍ਹਾ ਬਦਨ ਠੀਕ ਹੈ ਕਿ ਇਹ ਸਤਿਗੁਰੂ ਦਾ ਸਦਨ ਬਦਨ ਵਿਚਰੀਆ। ਗੁਰੂ ਰਾਮਦਾਸ ਜੀ ਨੇ ਕਿਹਾ ਸੀ ਸਰੋਵਰ ਸਾਡਾ ਸਰੀਰ ਹੈ, ਤੇ ਮਹਾਰਾਜ ਕਹਿੰਦੇ ਇਹਨੂੰ ਸਤਿਗੁਰੂ ਦਾ ਘਰ ਵਿਚਾਰ ਲਓ। ਸੁਣ ਮਸੰਦ ਗਨ ਬਾਕ ਬਖਾਨਿਓ। ਸਾਰੇ ਮਸੰਦਾਂ ਸੁਣ ਕੇ ਮਹਾਰਾਜ ਨੂੰ ਇਹ ਗੱਲ ਕਹੀ, ਸਿੱਖਨ ਕਛੂ ਭੇਵ ਨਹੀਂ ਜਾਣਿਓ। ਕਹਿੰਦੇ ਮਹਾਰਾਜ ਇਹ ਸਿੱਖਾਂ ਨੂੰ ਕੋਈ ਭੇਦ ਦਾ ਪਤਾ ਨਹੀਂ। ਰਾਵਰ ਢਿੱਗ ਪਿਸਨਤਾ ਗਾਵੇ। ਐਵੇਂ ਤੁਹਾਡੇ ਕੋਲੇ ਆ ਕੇ ਚੁਗਲੀਆਂ ਕਰੀ ਜਾਂਦੇ ਹਨ। ਹਮ ਸਭ ਵਿਦ ਆਛੋ ਬਨਵਾਵੇ। ਅਸੀਂ ਮਹਾਰਾਜ ਜਾਣਦੇ ਹਾਂ ਕਿਵੇਂ ਕੰਮ ਕਰਾਉਣਾ, ਸੀ ਸਭ ਚੰਗੀ ਤਰ੍ਹਾਂ ਹੀ ਬਣਵਾ ਰਹੇ ਹਾਂ। ਇਮ ਕਹਿ ਗਏ ਮਸੰਦ ਮਹਾਨੇ। ਸਾਰੇ ਮਸੰਦ ਇਸ ਤਰ੍ਹਾਂ ਕਹਿ ਕੇ ਚਲੇ ਗਏ। ਇੱਕ ਦੋਏ ਦਿਨ ਆਛੀ ਗਤ ਠਾਨੇ। ਫੇਰ ਇੱਕ ਦੋ ਦਿਨ ਉਹਨਾਂ ਨੇ ਚੂਨੇ ਨਾਲ ਚਣਵਾਈ ਕਰਾਈ ਚੰਗੀ ਤਰ੍ਹਾਂ। ਪੁਨਾ ਸੋ ਮਨ ਮਤ ਕਰਤੇ ਭਏ। ਫੇਰ ਉਹੀ ਆਪਦੀ ਮਨ ਮਤ ਕਰਨ ਲੱਗ ਪਏ। ਬਾਹਰਲੀ ਇੱਟ ਚੂਨੇ ਨਾਲ, ਅੰਦਰਲੇ ਪਾਸੇ ਵਾਲੀ ਗਾਰੇ ਨਾਲ, ਇਸ ਤਰ੍ਹਾਂ ਕਰਨ ਲੱਗ ਪਏ। ਸਿੱਖਨ ਆਨ ਗੁਰੂ ਢਿੱਗ ਕਹੇ। ਫੇਰ ਆ ਕੇ ਸਿੱਖਾਂ ਨੇ ਸਤਿਗੁਰਾਂ ਦੇ ਕੋਲ ਦੱਸਿਆ। ਤ੍ਰਿਤੀ ਵਾਰ ਸੁਨ ਕਰ ਖੁਟਿਆਈ। ਤੀਜੀ ਵਾਰ ਜਦੋਂ ਇਹਨਾਂ ਦੀ ਇਹ ਖੋਟ ਜੀ ਸੁਣੀ ਮਹਾਰਾਜ ਨੇ ਸੁਣ ਕੇ, ਕੁਛ ਰਿਸ ਕਰ ਗੁਰ ਗਿਰਾ ਅਲਾਈ। ਤਾਂ ਮਹਾਰਾਜ ਨੇ ਕੁਝ ਰੋਸ ਕਰਕੇ ਫਿਰ ਇਹ ਬਚਨ ਕਹੇ, ਸ੍ਰੀ ਅੰਮ੍ਰਿਤਸਰ ਕੀ ਬੁਨਿਆਦ। ਮਹਾਰਾਜ ਕਹਿਣ ਲੱਗੇ ਇਹ ਅੰਮ੍ਰਿਤ ਸਰੋਵਰ ਸੁਭਾਈਵਾਨ ਅੰਮ੍ਰਿਤ ਸਰੋਵਰ ਦੀ ਜੋ ਬੁਨਿਆਦ ਹੈ, ਭਈ ਸਥਿਰ ਕਬ ਹੋਏ ਨ ਬਾਦ। ਇਹ ਤਾਂ ਮਹਾਰਾਜ ਕਹਿੰਦੇ ਸਥਿਰ ਹੋ ਗਈ, ਕਦੇ ਨਾਸ਼ ਨਹੀਂ ਹੋਵੇਗੀ। ਏਕ ਬਾਰ ਤੇ ਹੋ ਜਾਏ ਵਿਚਾਰਾ। ਹਾਂ, ਇੱਕ ਵਾਰੀ ਜਿਹੜਾ ਹੈ, ਇਹ ਜਿਹੜਾ ਹੁਣ ਸਰੋਵਰ ਹੈ, ਮਹਾਰਾਜ ਕਹਿੰਦੇ ਇਹ ਜਾਏ ਵਿਚਾਰਾ। ਇੱਥੇ ਇੱਕ ਵਾਰ ਵਿਚਾਰਿਆ ਜਾਊਗਾ, ਭਾਵ ਇੱਕ ਵਾਰੀ ਇਹ ਇੱਟਾਂ ਉਖੜਨਗੀਆਂ। ਭਈ ਸਥਿਰ ਕ ਬਨੇ ਨਵੀਨ ਫੇਰ ਇਹ ਸਾਰਾ। ਮਹਾਰਾਜ ਕਹਿੰਦੇ ਤਾਂ ਫੇਰ ਦੁਬਾਰੇ ਨਵਾਂ ਬਣ ਜਾਣਾ ਸਾਰਾ। ਇਨਹਿ ਜੇ ਪੋਲ ਬਣਾਵਨ ਕੀਨਾ। ਪਰ ਮਸੰਦਾਂ ਨੇ ਜਿਹੜਾ ਇਹ ਪੌੜੀਆਂ ਵਿੱਚ ਪ੍ਰਕਰਮਾਂ ਵਿੱਚ ਪੋਲ ਰਖਾਈ ਹੈ ਨਾ, ਗਾਰਾ ਅੰਦਰ ਅੰਦਰ ਲਵਾਇਆ। ਇਹ ਜਿਹੜੀ ਪੋਲ ਬਣਾਉਣੀ ਕੀਤੀ ਹੈ, ਪੋਲੀ ਜਰ ਆਪਣੀ ਕਰ ਲੀਨਾ। ਇਹ ਮਸੰਦਾਂ ਨੇ ਆਪ ਦੀ ਜਾੜੀ ਪੋਲੀ ਕਰ ਲਈ ਹੈ। ਮਹਾਰਾਜ ਨੇ ਬਚਨ ਕਰਤੇ ਸੀ, ਨਹੀਂ ਤਾਂ ਮਸੰਦ ਰਹਿਣੇ ਸੀ ਹਮੇਸ਼ਾ ਵਾਸਤੇ, ਪਰ ਇਹਨਾਂ ਨੇ ਆਪ ਦੀ ਜੜ ਨੂੰ ਹੀ ਪੋਲਾ ਕੀਤਾ। ਸਮਾਂ ਆਉਣ ਤੇ ਇੱਕ ਦਿਨ ਇਹਨਾਂ ਦੀ ਜੜ ਪੱਟੀ ਜਾਣੀ ਹੈ। ਤੇ ਉਹੀ ਗੱਲ ਹੋਈ ਫਿਰ 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਇਹੋ ਜਿਹੀਆਂ ਹਾਲਤਾਂ ਬਣ ਗਈਆਂ। ਮਹਾਰਾਜ ਨੇ ਸਾਰੇ ਸੱਦੇ, ਕਿੰਨੀਆਂ ਸਜ਼ਾਵਾਂ ਦੇ ਕੇ ਉਹਦੇ ਤੋਂ ਹੁਕਮ ਕਰਤਾ ਵੀ ਅੱਜ ਤੋਂ ਮਸੰਦ ਪ੍ਰਥਾ ਖਤਮ,
ਮੇਰਾ ਖਾਲਸਾ ਹੀ ਸਰਬ ਸ੍ਰੇਸ਼ਟ ਹੈ। ਦਾਨ ਦਿਓ ਇਨਹੀ ਕੋ ਭਾਵ ਤੌਰ ਕੋ ਦਾਨ ਸੁਹਾਤ ਨਾ ਜੀ ਕੋ। ਮਹਾਰਾਜ ਨੇ ਕਹਿਤਾ ਸਿੱਖ ਸੰਗਤਾਂ ਨੂੰ, ਖਾਲਸਾ ਜੀ ਕਿਸੇ ਮਸੰਦ ਨੂੰ ਤੁਸੀਂ ਦਾਨ ਨਹੀਂ, ਮੇਰੇ ਖਾਲਸੇ ਪੰਥ ਨੂੰ ਹੀ ਦਾਨ ਦੇਣਾ ਹੈ। ਮੇਰਾ ਖਾਲਸਾ ਹੀ ਹੁਣ ਮਸੰਦਾਂ ਦੀ ਜਗ੍ਹਾ ਤੇ ਆਪ ਹੀ ਸਾਰਾ ਕਾਰਜ ਕਰੂਗਾ। ਉਹ ਫਿਰ ਦੇਖੋ ਜੜ ਜਿਹੜੀ ਹੈ ਪੋਲੀ ਤਾਂ ਇਹਨਾਂ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਕਰ ਲਈ। ਹੌਲੀ ਹੌਲੀ ਫਿਰ ਉਹ ਜਦੋਂ ਦਰਖਤ ਦੀ ਜੜ ਥੱਲਿਓਂ ਪੋਲ ਹੋ ਪੈ ਜੇ, ਇੱਕ ਦਿਨ ਫਿਰ ਉਹ ਗੁਰਮੁਖੋਂ ਡਿੱਗ ਹੀ ਪੈਂਦਾ। ਇਹ ਮਸੰਦਾਂ ਨੇ 10ਵੇਂ ਪਾਤਸ਼ਾਹ ਤੱਕ ਫਿਰ ਇਹਨਾਂ ਦਾ ਕੰਮ ਤਮਾਮ ਹੋ ਗਿਆ। ਮੁੜ ਕੇ ਮਸੰਦ ਪ੍ਰਥਾ ਖਾਲਸਾ ਪੰਥ ਦੀ ਸਾਜਨਾ ਕਰਕੇ ਮਹਾਰਾਜ ਨੇ ਮਸੰਦਾਂ ਦੀ ਪ੍ਰਥਾ ਹੀ ਖਤਮ ਕਰਤੀ। ਹੁਣ ਤੋਂ ਨਹੀਂ ਇਹ ਹੁਣ ਪੰਥ ਖਾਲਸਾ, ਮੇਰੇ ਗੁਰਸਿੱਖ ਅੰਮ੍ਰਿਤਧਾਰੀ ਖਾਲਸਾ ਹੀ ਸਾਰਾ ਕਾਰਜ ਆਪ ਹੀ ਕਰਵਾਇਆ ਕਰੂ, ਲੋੜ ਨਹੀਂ ਹੈ ਇਹਨਾਂ ਦੀ। ਇਸ ਤਰ੍ਹਾਂ ਗੁਰੂ ਸਾਹਿਬ ਨੇ ਬਚਨ ਕੀਤੇ ਹਨ। ਇਨਹਿ ਜੇ ਪੋਲ ਬਨਾਵਨ ਕੀਨਾ, ਇਹਨਾਂ ਨੇ ਜਿਹੜਾ ਪੋਲਾ ਬਣਾਉਣਾ ਕੀਤਾ, ਪੋਲ ਰਖਵਾਈ ਹੈ। ਪੋਲੀ ਜਾਰੇ ਆਪਣੀ ਕਰ ਲੀਨਾ, ਇਹਨਾਂ ਨੇ ਆਪ ਦੀ ਹੀ ਜੜ ਪੋਲੀ ਕਰ ਲਈ। 10ਮ ਸਰੂਪ ਜਵੈ ਜਗ ਹੋਇ ਹੈ, ਜਦੋਂ ਜਗਤ ਵਿੱਚ ਸਾਡਾ 10ਵਾਂ ਸਰੂਪ ਹੋਵੇਗਾ। ਮੰਦ ਮਤਨ ਕੋ ਦੰਡ ਸੁਦੈ ਹੈ, ਇਹ ਮਾੜੀ ਮੱਤ ਵਾਲੇ ਮਸੰਦਾਂ ਨੂੰ ਉਸ ਸਮੇਂ ਸਜ਼ਾਵਾਂ ਮਿਲਣਗੀਆਂ। ਤਬ ਮਸੰਦ ਬਿਨ ਸਹਿ ਨਹਿ ਰਹਿ, ਉਦੋਂ ਇਹ ਮਸੰਦ ਜਿਹੜੇ ਨੇ ਖਤਮ ਹੋ ਜਾਣਗੇ। ਮਸੰਦ ਰੀਤੀ ਖਤਮ ਹੋ ਜੂ, ਨਹੀਂ ਰਹਿਣਗੇ। ਸੰਗਤ ਬਿਖੈ ਨ ਢੋਈ ਲਹੈ, ਸੰਗਤ ਵਿੱਚ ਕੋਈ ਇਹਨਾਂ ਨੂੰ ਆਸਰਾ ਨਹੀਂ ਮਿਲੇਗਾ। ਤਬ ਮੇਰੋ ਸਿੱਖ ਹੋਏ ਵਿਸਾਲਾ, ਉਦੋਂ ਮੇਰੇ ਗੁਰਸਿੱਖ ਹੀ ਜਿਹੜੇ ਆ ਉਹ ਮਹਾਨ ਹੋਣਗੇ। ਕਾਰ ਸੰਭਾਲਹਿਗੇ ਇਸ ਤਾਲਾ, ਉਹ ਭਾਈ ਇਸ ਤਾਲ ਸਰੋਵਰ ਦੀ ਕਾਰ ਨੂੰ ਆਪ ਹੀ ਸੰਭਾਲਣਗੇ। ਈਂਟ ਸੋ ਚੂਨਾ ਅਦਕ ਲਗਾਵੇ, ਆਪੇ ਹੀ ਕਹਿੰਦੇ ਮਹਾਰਾਜ ਕਹਿੰਦੇ ਪੱਕੀਆਂ ਇੱਟਾਂ ਚੰਗਾ ਸ਼ੁੱਧ ਚੂਨਾ ਬਹੁਤ ਲਵਾਉਣਗੇ। ਪਵਰੀ ਪਾਕੀ ਸਕਲ ਬਣਾਵੇ, ਸਾਰੀਆਂ ਪੌੜੀਆਂ ਨੂੰ ਆਪ ਹੀ ਪੱਕਾ ਬਣਵਾ ਲੈਣਗੇ। ਕੀਏ ਕਰਮ ਕਾ ਫਲ ਇਹ ਪਾਵੇ, ਇਹ ਆਪਣੇ ਕੀਤੇ ਕਰਮਾਂ ਦਾ ਫਲ ਮਸੰਦ ਪਾਉਣਗੇ, ਇਹਨਾਂ ਦੀ ਲਾਦ ਪਾਊਗੀ। ਸੀਸ ਧੁਨੈ ਬਹੁ ਵਿਧ ਪਛਤਾਵੇ, ਸਿਰ ਜਾ ਮਾਰਨਗੇ ਬਹੁਤ ਤਰ੍ਹਾਂ ਕਰਕੇ ਇਹ ਪਛਤਾਉਣਗੇ। ਦੋਹਰਾ ਪੁਨ ਸਤਿਗੁਰੂ ਵਿਚਾਰ ਕੈ, ਦੇਵਨ ਹਿਤ ਅਹਿਲਾਦ। ਫਿਰ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਸਰੋਵਰ ਬਣ ਗਿਆ, ਇਹ ਵਿਚਾਰ ਕਰਕੇ ਖੁਸ਼ੀਆਂ ਆਨੰਦ ਦੇਣ ਦੇ ਵਾਸਤੇ ਚਹਿਤ ਰਚਿਓ ਗੁਰ ਮੰਦਰੰ, ਜਿਸ ਕੀ ਥਿਰ ਬੁਨਿਆਦ। ਹੁਣ ਮਹਾਰਾਜ ਨੇ ਭਾਈ ਗੁਰਮੰਦਰ ਹਰੀ ਮੰਦਰ ਰਚਣਾ ਚਾਹਿਆ, ਜਿਹਦੀ ਜਿਹੜੀ ਬੁਨਿਆਦ ਨੀਂਹ ਹੈ ਪੱਕੀ ਸਥਿਰ ਹੋਵੇ। ਚੌਪਈ ਸੁਣ ਕੈ ਸਿੱਖ ਆਦ ਗੁਰਦਾਸ, ਇਹ ਸੁਣ ਕੇ ਜਿਹੜੇ ਮਹਾਨ ਗੁਰਸਿੱਖ ਨੇ ਭਾਈ ਗੁਰਦਾਸ ਇਤਿਆਦਿਕ ਭਗਤੂ ਬਹਿਲੋ ਧਰੇ ਹੁਲਾਸ, ਭਾਈ ਭਗਤੂ ਭਾਈ ਬਹਿਲੋ ਜੀ ਸਭ ਨੇ ਭਾਈ ਖੁਸ਼ੀ ਧਾਰੀ ਹੈ। ਸਰ ਅੰਦਰ ਹਰ ਮੰਦਰ ਸੁੰਦਰ, ਕੇਸ ਸਰੋਵਰ ਦੇ ਵਿੱਚ ਹੁਣ ਹਰੀ ਮੰਦਰ ਜਿਹੜਾ ਹੈ ਸੋਹਣਾ ਸੁੰਦਰ। ਸਿਰਜਹਿ ਸਮਤਾ ਲਹਿ ਨਾ ਪੁਰੰਦਰ, ਐਸਾ ਜਿਹੜਾ ਹੈ ਸਿਰਜਿਆ ਜਾਣਾ ਸਮਤਾ ਲਹਿ ਨਾ ਪੁਰੰਦਰ, ਕਿ ਇਹਦੀ ਕੋਈ ਵੀ ਇਸ ਨਗਰ ਵਿੱਚ ਕੋਈ ਬਰਾਬਰੀ ਨਹੀਂ ਕੋਈ ਦੁਨੀਆ ਵਿੱਚ ਲੈ ਸਕੇਗਾ। ਐਸਾ ਜਿਹੜਾ ਹੈ ਭਾਵੇਂ ਕਿ ਬਹੁਤ ਕੁਛ ਤੁਸੀਂ ਜਾਣਦੇ ਹੋ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਹੋਰ ਮੰਦਰ ਵੀ ਹੈ ਜਿਹਨੂੰ ਦੁਰਗਿਆਣਾ ਮੰਦਰ ਕਹਿੰਦੇ ਆ। ਉਹਦੀ ਦਿੱਖ ਇਵੇਂ ਬਣਾਈ ਗਈ, ਪਹਿਲਾਂ ਹੋਰ ਤਰ੍ਹਾਂ ਸੀ, ਫਿਰ ਉਹਨਾਂ ਦੇਖਿਆ ਕੁਛ ਉੱਥੋਂ ਦੇ ਹਿੰਦੂਆਂ ਨੇ ਉਹ ਈਰਖਾ ਦੇ ਵਿੱਚ ਕਿ ਜੇ ਇੱਥੇ ਇੰਨੀ ਸੰਗਤ ਆਉਂਦੀ ਹੈ, ਇੰਨੀ ਮਹਿਮਾ ਹੈ, ਤੇ ਅਸੀਂ ਵੀ ਬਣਾਵਾਂਗੇ। ਉਹਨਾਂ ਨੇ ਹਰਮੰਦਰ ਬਣਾ ਲਿਆ। ਉਸੇ ਤਰ੍ਹਾਂ
ਜਿਹੜਾ ਦੁਰਗਿਆਣਾ ਮੰਦਿਰ, ਉਵੇਂ ਸਰੋਵਰ ਬਣਾ ਲਿਆ, ਪੌੜੀਆਂ ਪ੍ਰਕਰਮਿਆਂ ਸਾਰਾ ਕੁਝ ਕਰ ਲਿਆ, ਵਿਚਾਲੇ ਬਣਾ ਲਿਆ, ਉਵੇਂ ਹੀ ਪੁਲ ਬਣਾ ਲਿਆ, ਉਵੇਂ ਦਰਸ਼ਨੀ ਡਿਉਢੀ ਬਣਾ ਲਈ, ਸਭ ਕੁਝ ਬਣਾ ਲਿਆ। ਉਹ ਪਟਿਆਲੇ ਮਹਾਂਪੁਰਸ਼ ਹੁੰਦੇ ਸੰਤ ਬਾਬਾ ਗੁਰਮੁਖ ਸਿੰਘ ਜੀ, ਉਹਨਾਂ ਨੂੰ ਕਿਹਾ ਕਿਸੇ ਨੇ, ਬਾਬਾ ਜੀ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹਦੀ ਨਕਲ ਤੇ ਕੁਝ ਲੋਕਾਂ ਨੇ ਉੱਥੇ ਈਰਖਾਵਤ ਹੋ ਕੇ ਦੁਰਗਿਆਣਾ ਮੰਦਿਰ ਬਣਾਇਆ, ਬਿਲਕੁਲ ਉਵੇਂ ਅਨਵਿਨ ਨਕਲ ਕਰਦੇ ਆ। ਕਹਿੰਦੇ ਜੀ ਉਵੇਂ ਸਰੋਵਰ ਬਣਾਇਆ। ਤੋ ਮਹਾਂਪੁਰਸ਼ ਕਹਿੰਦੇ ਫੇਰ ਕੀ ਹੈ, ਇਹ ਬਣਾ ਲਿਆ। ਕਹਿੰਦੇ ਜੀ ਉਵੇਂ ਪੌੜੀਆਂ ਬਣਾਈਆਂ ਸਰੋਵਰ ਦੀਆਂ। ਕਹਿੰਦੇ ਫੇਰ ਕੀ ਹੈ ਜੇ ਬਣਾ ਲਿਆ। ਕਹਿੰਦੇ ਜੀ ਉਵੇਂ ਕਹਿੰਦੇ ਵਿੱਚ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਰਗਾ ਹੀ ਦੁਰਗਿਆਣਾ ਮੰਦਿਰ ਦਾ ਰੂਪ ਬਣਾ ਲਿਆ। ਕਹਿੰਦੇ ਫੇਰ ਕੀ ਹੈ ਜੇ ਬਣਾ ਲਿਆ, ਫਿਰ ਕੀ ਹੋ ਜਾਊ। ਕਹਿੰਦੇ ਜੀ ਉਵੇਂ ਸਾਰਾ ਰਸਤਾ ਪਰਿਕਰਮਾ, ਉਸੇ ਤਰ੍ਹਾਂ ਦਰਸ਼ਨੀ ਡਿਉਢੀ, ਉਵੇਂ ਪੁਲ, ਸਭ ਕੁਝ ਬਣਾ ਲਿਆ ਜੀ। ਉਹ ਕਹਿੰਦੇ ਬਣਾਈ ਜਾਣ ਦਿਓ, ਸਭ ਕੁਝ ਬਣਾ ਲੈਣਗੇ, ਗੁਰੂ ਰਾਮਦਾਸ ਮਹਾਰਾਜ ਕਿੱਥੋਂ ਲਿਆਉਣਗੇ। ਜਿਹੜੀ ਬਰਕਤ ਆ ਉਹ ਨਹੀਂ ਨਾ ਹੋਣੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ। ਕਹਿਣਾ ਤਾਂ ਫਿਰ ਵੀ ਉਹਨਾਂ ਨੂੰ ਇਹੀ ਪਊਗਾ ਵੀ ਇਹ ਕਿੱਥੇ ਆ ਦੁਰਗਿਆਣਾ ਮੰਦਿਰ, ਇਹ ਜੀ ਅੰਮ੍ਰਿਤਸਰ ਸਾਹਿਬ 'ਚ। ਸਰੋਵਰ ਦਾ ਨਾਂ ਤਾਂ ਅੰਮ੍ਰਿਤਸਰ ਦਾ ਇਹਦਾ ਹੀ ਵੱਜਣਾ ਹੈ ਨਾ। ਭਾਵੇਂ ਉਹ ਠੀਕ ਹੈ, ਉਹਨਾਂ ਦੇ ਘਰ ਉੱਥੇ ਨੇ, ਉਹਨਾਂ ਦੇ ਮੰਦਿਰ ਉੱਥੇ ਹੈ, ਕੋਈ ਪੁੱਛਦਾ ਕਿੱਥੇ ਹੈ, ਅੰਮ੍ਰਿਤਸਰ। ਤੇ ਅੰਮ੍ਰਿਤਸਰ ਤਾਂ ਫਿਰ ਇਸ ਸਰੋਵਰ ਦਾ ਨਾਂ ਸੀ ਨਾ, ਇਹਨੂੰ ਦੂਰ ਕਿੱਥੋਂ ਕਰ ਦੇਣਗੇ। ਇਸ ਕਰਕੇ ਇਹ ਜਿਹੜੀ ਮਹਿਮਾ ਅੱਜ ਵੀ ਤੁਸੀਂ ਚਲੇ ਜਾਓ, ਉਹ ਪਰੇ ਜੇ ਹੈ। ਇੱਕ ਵਾਰੀ ਕੋਲ ਦੀ ਲੰਘੇ ਸੀ ਅਸੀਂ, ਵੀ ਦੇਖੀਏ ਕਿਵੇਂ ਹੈ। ਪਰ ਜਿਹੜੀ ਰੌਣਕ, ਜਿਹੜੀ ਰੂਹਾਨੀਅਤ, ਜਿਹੜੀ ਝਲਕ ਸ੍ਰੀ ਦਰਬਾਰ ਸਾਹਿਬ ਵਿੱਚ ਹੈ, ਇਹ ਠੀਕ ਹੈ ਵੀ ਕੋਈ ਇਹ ਕਹਿ ਸਕਦਾ ਤੁਸੀਂ ਸਿੱਖ ਹੋ ਤਾਂ ਤੁਸੀਂ ਕਹਿੰਦੇ ਹੋ ਇਹ ਗੱਲ। ਹਿੰਦੂ ਵੀ ਇਸ ਗੱਲ ਨੂੰ ਜਾ ਕੇ ਉੱਥੇ ਦੇ ਜਿਹੜੇ ਹੈ ਸਭ ਮੰਨਦੇ ਆ। ਵੱਡੇ ਤੋਂ ਵੱਡੇ ਬਾਹਰੋਂ ਪ੍ਰਾਈਮ ਮਿਨਿਸਟਰ ਤੱਕ ਆਉਂਦੇ ਨੇ, ਆਪਣੇ ਦੇਸ਼ ਦੇ ਵੀ ਆਉਂਦੇ ਆ। ਤੇ ਉਹਨਾਂ ਨੇ ਫਿਰ ਖਿੱਚ ਕੀਤੀ, ਜਦੋਂ ਕਿਸੇ ਨੇ ਦਰਬਾਰ ਸਾਹਿਬ ਆਉਣਾ, ਕਹਿ ਕੇ ਉੱਥੇ ਵੀ ਲੈ ਕੇ ਜਾਣਾ, ਉਧਰ ਵੀ ਆਓ, ਜਾਂਦੇ ਨੇ। ਪਰ ਸਭ ਇਹ ਗੱਲ ਮੰਨਦੇ ਆ ਕਿ ਜੋ ਰੂਹਾਨੀਅਤ, ਜੋ ਆਤਮਿਕ ਆਨੰਦ ਤੇ ਸ਼ਾਂਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਥਾਨ ਤੇ ਹੈ ਨਾ, ਉਹ ਨਹੀਂ ਮਿਲਦੀ, ਉਹ ਰੌਣਕ ਨਹੀਂ ਮਿਲਦੀ। ਉੱਥੇ ਬੇਰੌਣਕੀ ਤੁਹਾਨੂੰ ਮਿਲੂਗੀ, ਉਹ ਆਨੰਦ, ਉਹ ਚਾਅ, ਉਹ ਹੁਲਾਸ ਨਹੀਂ ਮਿਲ ਸਕਦਾ। ਕਹਿਣ ਦਾ ਭਾਵ ਹੈ ਕਿ ਮੰਦਿਰ ਨਾਲ ਨਹੀਂ ਕੋਈ, ਕਿਉਂਕਿ ਉਹ ਈਰਖਾ ਵਿੱਚ ਦਿੱਖ ਬਣਾਈ ਉਹ ਜੀ। ਜੇ ਕਿਤੇ ਉਹ ਭਾਵਨਾ ਨਾਲ ਆਪਣੇ ਤੌਰ ਤੇ ਜਿਹੋ ਜਿਹਾ ਮੰਦਿਰਾਂ ਦੀ ਸ਼ਕਲ ਹੈ ਉਸੇ ਤਰ੍ਹਾਂ ਹੀ ਬਣਾਉਂਦੇ, ਤੁਸੀਂ ਦੇਖੋ ਬਾਕੀ ਸਾਰੇ ਮੰਦਿਰਾਂ ਦੀ ਸ਼ਕਲ ਹੋਰ ਹੈ। ਕਿ ਜਿਵੇਂ ਹੁਣ ਆਪਾਂ ਗੁਰਦੁਆਰਾ ਸਾਹਿਬ ਬਣਾਉਂਦੇ ਆ, ਗੁੰਮ ਲਾਉਨੇ ਆ, ਗੁੰਮੀਆਂ ਲਾਉਨੇ ਆ, ਮੰਦਿਰ ਦੀ ਦਿੱਖ ਉੱਪਰੋਂ ਹੋਰ ਹੁੰਦੀ ਹੈ। ਪਰ ਉਹਦੀ ਦਿੱਖ ਇਹਨਾਂ ਨੇ ਉਸ ਆਪਣੇ ਮੰਦਿਰਾਂ ਦੀ ਤਰਜ਼ ਤੇ ਨਹੀਂ ਬਣਾਈ, ਦਰਬਾਰ ਸਾਹਿਬ ਦੀ ਨਕਲ ਤੇ ਬਣਾਈ ਹੈ। ਇਸ ਕਰਕੇ ਈਰਖਾਵਤ ਉੱਥੇ ਦੀ ਬੇਰੌਣਕੀ ਹੋਈ ਰਹਿਣੀ ਹੈ। ਉੱਥੇ ਗੁਰਮੁਖੋ ਇਹਨਾਂ ਨੂੰ ਸ਼ਾਂਤੀ ਨਹੀਂ ਹੈ। ਉਹ ਫੇਰ ਹੀ ਹੋ ਸਕਦੇ ਇਹਨੂੰ ਆਪ ਦਾ ਹੀ ਰੂਪ ਦੇਣਗੇ, ਕਿਉਂਕਿ ਉਹ ਇੰਨ ਬਿੰਨ ਕੋਸ਼ਿਸ਼ ਕੀਤੀ ਸੀ ਕਿ ਈਰਖਾ ਵਿੱਚ ਕਿ ਅਸੀਂ ਇਹ ਮਹਿਮਾ ਖਣੀ ਇਹਦੀ ਘਟਾ ਦੇਵਾਂਗੇ। ਇਹ ਨਹੀਂ ਹੋ ਸਕਦਾ। ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀਆਂ ਜਿਹੜੀਆਂ ਬਾਤਾਂ ਨੇ, ਕਿਉਂਕਿ ਕੋਈ ਵੀ ਆਪਾਂ, ਚਾਹੇ ਆਪਾਂ ਸਿੱਖ ਹਾਂ, ਕਿਸੇ ਦੇ ਈਰਖਾ ਵਿੱਚ ਆਪਾਂ ਵੀ ਕੁਝ ਕਰਾਂਗੇ ਨਾ, ਤਾਂ ਉੱਥੇ ਆਪਾਂ ਨੂੰ ਵੀ ਕਾਮਯਾਬੀ ਨਹੀਂ ਹੈ। ਈਰਖਾ ਵੱਤ ਕੀਤੇ ਕਰਮ ਵਿੱਚ ਕੋਈ ਕਾਮਯਾਬੀ ਨਹੀਂ ਹੋ ਸਕਦੀ। ਗੱਲ ਸ਼ਰਧਾ ਤੇ ਆ ਕੇ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਉੱਥੇ ਹੁਣ ਭਾਈ ਜਿਹੜਾ ਹੈ ਸੋਹਣਾ ਸੁੰਦਰ ਹਰੀ ਮੰਦਰ ਰਚਨਾ, ਸਭ ਨੂੰ ਖੁਸ਼ੀ ਹੈ। ਸਿਰਜਹਿ ਸਮਤਾ ਲਹਿ ਨਾ ਪੁਰੰਦਰ। ਉਹ ਸਿਰਜਣਾ ਜੀ ਦੀ, ਸਮਤਾ ਜੀ ਦੀ ਬਰਾਬਰੀ ਕਿਤੇ ਵੀ ਪੁਰੰਦਰ, ਇਸ ਨਗਰ ਵਿੱਚ ਵੀ ਬਾਹਰ ਵੀ ਨਹੀਂ ਕੋਈ ਲੈ ਸਕਦਾ। ਸ੍ਰੀ ਸਤਿਗੁਰ ਉਤਸ਼ਾਹੇ ਬਡੇਰਾ। ਤੇ ਸ੍ਰੀ ਗੁਰੂ ਪਾਤਸ਼ਾਹ ਮਹਾਰਾਜ ਨੇ ਵੱਡਾ ਉਤਸ਼ਾਹ ਕੀਤਾ ਹੈ। ਪੰਚਾਮ੍ਰਿਤ ਕਰਵਾਏ ਕਨੇਰਾ। ਬਹੁਤ ਕੜਾ ਪ੍ਰਸ਼ਾਦ ਤਿਆਰ ਕਰਵਾਇਆ। ਗਮਨੇ ਗੁਰੂ ਤਾਲ ਕੇ ਮਾਹੀ। ਗੁਰੂ ਮਹਾਰਾਜ ਹੁਣ ਸਰੋਵਰ ਦੇ ਕੋਲ, ਸਰੋਵਰ ਵਿੱਚ ਗਏ ਹਨ। ਸੰਗਤ ਬ੍ਰਿੰਦ ਸੰਗ ਮਹਿ ਜਾਹੀ। ਬਹੁਤ ਸੰਗਤਾਂ ਵੀ ਨਾਲ ਗਈਆਂ। ਕਾਰੀਗਰਨ ਬੁਲਾਵਨ ਠਾਨਾ। ਤੇ ਕਾਰੀਗਰਾਂ ਨੂੰ ਸਤਿਗੁਰਾਂ ਨੇ ਸੱਦਿਆ ਹੈ। ਸ੍ਰੀ ਮੁਖ ਤੇ ਸਭ ਬਿਉਂਤ ਬਖਾਨਾ। ਸੁਭਾਏ ਮਨ ਮੁਖ ਤੋਂ ਸਾਰੀ ਬਿਉਂਤ ਦੱਸ ਦਿੱਤੀ।
ਹਰ ਮੰਦਰ ਇਸ ਰੀਤ ਬਨਾਵੋ, ਕਿ ਇਸ ਰੀਤੀ ਨਾਲ ਜਿਹੜਾ ਹੈ ਹਰਮੰਦਰ ਸਾਹਿਬ ਬਣਾਉਣਾ ਹੈ। ਚਾਰ ਦਵਾਰ ਚੌਹ ਦਿਸਨ ਰਖਾਵੋ, ਚਾਰੇ ਦਰਵਾਜ਼ੇ ਚੌਹਾਂ ਦਿਸ਼ਾਵਾਂ ਵਿੱਚ ਰੱਖਣੇ ਹਨ। ਨਗਰ ਦਿਸ਼ਾ ਸਰ ਸੇਤ ਰਖੀਜੈ, ਤੇ ਜਿਹੜਾ ਨਗਰ ਹੈ ਜਿੱਧਰ ਮਹਾਰਾਜ ਦੇ ਘਰ ਸਨ, ਮਹਾਰਾਜ ਕਹਿੰਦੇ ਭਾਈ ਪਹਿਲਾਂ ਜਿਹੜਾ ਅੰਮ੍ਰਿਤਸਰ ਸਾਹਿਬ ਸੀ ਉਧਰਲੇ ਪਾਸੇ ਜਿੱਧਰ ਅਕਾਲ ਤਖਤ ਸਾਹਿਬ ਹੈ ਨਾ, ਉਧਰਲੀ ਸਾਈਡ ਨੂੰ ਪਿੱਛੇ ਗਾਂ ਸਾਰਾ ਨਗਰ ਵਸਦਾ ਹੁੰਦਾ ਸੀ। ਇਹ ਮਹਾਰਾਜ ਕਹਿੰਦੇ ਨਗਰ ਦਿਸ਼ਾ ਸਰ, ਜੋ ਭਾਈ ਨਗਰ ਦੇ ਦਿਸ਼ਾ ਨਗਰ ਦੇ ਵੱਲ ਹੈ, ਇਹ ਸਰੋਵਰ ਸੇਤ ਰਖੀਜੈ, ਸੇਤ ਕਹੀਏ ਪੁਲ ਰੱਖਣਾ ਹੈ। ਦੁਆਰ ਦਰਸ਼ਨੀ ਸਰ ਤਟ ਕੀਜੈ, ਤੇ ਕਿਨਾਰੇ ਦੇ ਸਰੋਵਰ ਤੇ ਦਰਸ਼ਨੀ ਦੁਆਰ ਬਣਾਉਣਾ ਹੈ। ਹਰ ਮੰਦਰ ਕੀ ਕੁਰਸੀ ਸਾਰੋ, ਇਹ ਹਰ ਮੰਦਰ ਦੀ ਹੁਣ ਕੁਰਸੀ ਉਸਾਰੋ। ਤਾਲ ਨੀਰ ਤੇ ਉਰਦ ਉਠਾਰੋ, ਜੋ ਕਿ ਭਾਈ ਸਰੋਵਰ ਦੇ ਜਲ ਤੋਂ ਉੱਪਰ ਉਠਾਉਣੀ ਹੈ। ਸੁਰਗ ਦੁਆਰੀਆਂ ਤਰੇ ਬਨਾਵੋ, ਥੱਲੇ ਦੀ ਸੁਰਗ ਦੁਆਰੀਆਂ ਬਣਾਉਣੀਆਂ, ਜਿਹੜੀ ਉਹ ਪੁਲ ਦੇ ਥੱਲੇ ਰਸ ਵਿੱਚ ਦੀ ਬਣੇ ਹੋਏ ਨੇ ਪਾਣੀ ਲੰਘਣ ਨੂੰ, ਉਹਨੂੰ ਗੁਰਮੁਖੋ ਸੁਰਗ ਦੁਆਰੀ ਕਹਿੰਦੇ ਆ। ਉਹ ਮਹਾਰਾਜ ਕਹਿੰਦੇ ਹੇਠਾਂ ਬਣਾਉਣੀਆਂ ਹਨ। ਪੂਰਬ ਦਿਸ ਹਰ ਪੌੜ ਚੜਾਵੋ, ਤੇ ਪੂਰਬ ਦੀ ਦਿਸ਼ਾ ਜਿਹੜਾ ਹਰ ਕੀ ਪੌੜੀ ਬਣਾਉਣੀ ਹੈ, ਚੜਾਉਣੀ ਹੈ। ਚਾਹੋ ਦਿਸ ਕੀ ਪਰਕਰਮਾ ਕਰੀਐ, ਚਾਰੇ ਪਾਸੇ ਦੀ ਉਸਦੇ ਪਰਕਰਮਾ ਬਣਾਉਣੀ ਹੈ। ਗਾਡੀ ਨੀਵ ਤਰੇ ਕੀ ਧਰੀ ਹੈ, ਹੇਠਾਂ ਦੀ ਜਿਹੜੀ ਨਿਉ ਹੈ ਬਹੁਤ ਡੂੰਘੀ ਤੇ ਮਜ਼ਬੂਤ ਧਰਨੀ ਹੈ। ਹਰ ਮੰਦਰ ਕੇ ਚਾਰੋਰ, ਫਿਰ ਇਸ ਹਰਿ ਮੰਦਰ ਦੇ ਚਾਰੇ ਪਾਸੇ ਦੋਏ ਦੋਏ ਛਾਤ ਰਚੋ ਸਭ ਠੌਰ, ਇਹ ਦੋ ਦੋ ਛੱਤਾਂ ਸਾਰੇ ਪਾਸੇ ਰਚਣੀਆਂ ਹਨ। ਮੱਧ ਜਾਏ ਉੱਚਾ ਇੱਕ ਛਾਤ, ਜੋ ਵਿਚਕਾਰ ਹੈ ਉਹ ਛੱਤ ਇੱਕ ਰੱਖਣੀ ਹੈ ਜੋ ਉੱਚੀ ਜਾਵੇ। ਉੱਪਰ ਮਿਲ ਸਭ ਹੋਏ ਇੱਕ ਭਾਤ, ਤੇ ਉੱਪਰੋਂ ਮਿਲ ਕੇ ਸਾਰਾ ਇੱਕ ਤਰ੍ਹਾਂ ਨਾਲ ਹੋ ਜਾਵੇ। ਤਿਸ ਪਰ ਰੁਚਰ ਬੰਗਲਾ ਥਪਹਿ, ਉਹਦੇ ਉੱਤੇ ਸੋਹਣਾ ਸੁੰਦਰ ਬੰਗਲਾ ਜਿਹੜਾ ਹੈ ਉਹ ਥਾਪਣਾ ਹੈ, ਗੁੰਮਦ ਲਾਉਣਾ ਹੈ। ਕੰਚਨ ਤੇ ਚੌਹ ਦਿਸ ਮਹਿੰਦੇ ਪਹਿ, ਜੋ ਸੋਨੇ ਦੇ ਨਾਲ ਚਾਰੇ ਪਾਸੇ ਤੋਂ ਪ੍ਰਕਾਸ਼ੇਗਾ। ਇਮ ਬਤਾਏ ਸ੍ਰੀ ਮੁਖ ਬਿਦ ਸਾਰੀ, ਇਸ ਤਰ੍ਹਾਂ ਆਪਣੇ ਸੁਭਾਏਮਾਨ ਮੁਖ ਤੋਂ ਸਾਰੀ ਵਿਧੀ ਮਹਾਰਾਜ ਨੇ ਦੱਸ ਦਿੱਤੀ। ਪੁਨ ਸ੍ਰੀ ਬਿਦ ਸੰਗ ਗਿਰਾ ਉਚਾਰੀ, ਫਿਰ ਭਾਈ ਪੁਨ ਸ੍ਰੀ ਬ੍ਰਿਧ ਸੰਗ ਗਿਰਾ ਉਚਾਰੀ, ਫਿਰ ਬਾਬਾ ਬੁੱਢਾ ਜੀ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹੇ। ਸਿਮਰੋ ਸਭ ਸਤਿਗੁਰ ਸੁਖ ਰਾਸ, ਬਾਬਾ ਬੁੱਢਾ ਜੀ ਸਾਰੇ ਸਤਿਗੁਰੂ ਜੋ ਸੁੱਖਾਂ ਦੀ ਰਾਸ ਹੈ, ਸਾਰਿਆਂ ਨੂੰ ਸਿਮਰੋ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਤੋਂ ਲੈ ਕੇ ਇਉਂ ਯਾਦ ਕਰਦਿਆਂ ਹੋਇਆਂ ਖੜੇ ਹੋਏ ਕੀਚੈ ਅਰਦਾਸ, ਖੜੇ ਹੋ ਕੇ ਬਾਬਾ ਬੁੱਢਾ ਜੀ ਤੁਸੀਂ ਅਰਦਾਸ ਕਰੋ। ਅਬਚਲ ਨੀਵ ਧਰੀ ਗੁਰ ਨਾਨਕ, ਜੋ ਅਬਚਲ ਨਾ ਚਲਾਏ ਮਾਨ, ਭਾਵ ਅਟਲ ਜਿਹੜੀ ਨਿਉ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਧਰੀ ਜਾਵੇ। ਮੰਦਰ ਸ਼ੁਭ ਹੈ ਲੱਗੈ ਮਨ ਮਾਨਕ, ਸ਼ੁਭ ਮੰਦਰ ਬਣੇ, ਸੋਹਣੀਆਂ ਮਣੀਆਂ ਮਾਣਕ ਦੇ ਵਿੱਚ ਲੱਗਣ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬਾਬਾ ਜੀ ਬੁੱਢਾ ਸਾਹਿਬ ਜੀ ਤੁਸੀਂ ਅਰਦਾਸ ਕਰੋ। ਫਿਰ ਇਹ ਗੁਰਮੁਖੋ ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ, ਹਰਮੰਦਰ ਸਾਹਿਬ ਵਿੱਚ ਤਿਆਰ ਕਰਵਾਇਆ ਸਤਿਗੁਰੂ ਨੇ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ, ਇੱਥੋਂ ਕਥਾ ਆਪਾਂ ਕੱਲ ਅੱਗੇ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।